ਤੁਹਾਡੀ ਸਰਵਿਸਦਾਨ ਇਦਾਂ ਹੋਇਆ ਹੋਵੇ ਬੰਬ ਬਲਾਸਟ ਹੋ ਗਿਆ ਹੋਵੇ ਕਿਸੇ ਨੇ ਕਿਹਾ ਹੋਵੇ ਵੀ ਇਹਨੂੰ ਉਛਾਲੋ ਦੂਸਰੀ ਸਿਆਸੀ ਪਾਰਟੀ ਨੂੰ ਨੁਕਸਾਨ ਹੋਊਗਾ ਇਹ ਹੁੰਦੀ ਚਰਚਾ। देखो बम ब्लास्ट जो हो गया उस तो बाद कोई भी सियासी पार्टी जी है इनू उछालने का तां कर सकती है जे उहदे च कोई क्ल्यू आऊगा। ਹੁਣ ਤਾਂ ਕਹਿ ਰਹੇ ਨੇ ਵੀ ਸਰਕਾਰ ਜਿਹੜੀ ਹੈ ਉਸ ਲੱਭ ਨਹੀਂ ਪਾਈ ਬੰਬ ਜਾਂ ਸਰਕਾਰ ਕਮਜ਼ੋਰ ਹੈ। ਇਹ ਗੱਲ ਕਹਿੰਦੇ ਕੁਝ ਹੋਰ ਗੱਲ ਹੈ ਇਹਨੂੰ ਤੁਸੀਂ ਇਹ ਨਾ ਕਹੋ ਇਹ ਤਾਂ ਇਹ ਐਡਮਿਨਿਸਟ੍ਰੇਟਿਵ ਕਮਜ਼ੋਰੀ ਬਾਰੇ ਗੱਲ ਕੀਤੀ ਜਾ ਰਹੀ ਹੈ। ਕੋਈ ਇਹੋ ਜਿਹੀ ਘਟਨਾ ਹੋਈ ਹੋਵੇ ਤੁਸੀਂ ਜਾ ਕੇ ਪਕੜ ਲਿਆ ਹੋਵੇ ਚਾਹੇ ਟਿਫਨ ਬੰਬ ਹੈ ਚਾਹੇ ਕੋਈ ਵੀ ਘਟਨਾ ਹੋਵੇ ਚੋਣਾਂ ਦੇ ਨੇੜੇ ਜਾਂ ਤੁਹਾਨੂੰ ਦਬਾਉਣ ਲਈ ਕਿਹਾ ਗਿਆ ਹੋਵੇ ਵੀ ਇਹ ਗੱਲ ਨਹੀਂ ਲੈ ਕੇ ਜਾਣੀ ਪਬਲਿਕ ਵਿੱਚ ਜੇ ਗਈ ਤਾਂ ਹੋਰ ਵੀ ਇੱਥੇ ਮਾਹੌਲ ਖਰਾਬ ਹੋ ਸਕਦਾ ਤੁਹਾਨੂੰ ਕਿਸੇ ਨੇ ਕਿਹਾ ਹੋਵੇ ਸਿਆਸਤਦਾਨ ਜਾਂ ਕਿਸੇ ਲੀਡਰ ਨੇ ਤੁਹਾਨੂੰ ਕਿਹਾ ਹੋਵੇ। ਦੇਖੋ ਗੱਲ ਇਹ ਹੈ ਵੀ ਜਦੋਂ ਇਦਾਂ ਦੀ ਘਟਨਾ ਹੋ ਜਾਂਦੀ ਹੈ ਜਾਂ ਟਿਫਨ ਬੰਬ ਫੜਿਆ ਗਿਆ ਜਾਂ ਕੋਈ ਇਦਾਂ ਦਾ ਬੰਬ ਫੜਿਆ ਗਿਆ ਮੇਰੇ ਖਿਆਲ 'ਚ ਕੋਈ ਵੀ ਪੋਲੀਟੀਕਲ ਪਾਰਟੀ ਜਾਂ ਕੋਈ ਵੀ ਬੰਦਾ ਇਹ ਨਹੀਂ ਕਦੇ ਵੀ ਕੋਸ਼ਿਸ਼ ਕਰੂਗਾ ਕਿ ਇਹਨੂੰ ਦਬਾਇਆ ਜਾਵੇ। ਕਿ ਵਾਕਈ ਕੋਈ ਇਹੋ ਜਿਹਾ ਕੀ ਹੁੰਦਾ ਵੀ ਕੋਈ ਸ਼ਖਸ ਬੰਬ ਲਗਾਉਣ ਗਿਆ ਹੋਵੇ ਜਲਦਬਾਜ਼ੀ 'ਚ ਉਹਦਾ ਟਾਈਮ ਗਲਤ ਸੈੱਟ ਕਰ ਦਿੱਤਾ ਹੋਵੇ ਜਾਂ ਤਾਰਾਂ ਜਿਹੜੀਆਂ ਨੇ ਗਲਤ ਲਗਾ ਦਿੱਤੀਆਂ ਹੋਣ ਇਹ ਹੁੰਦਾ ਕੀ ਹੈ ਵੀ ਜਦੋਂ ਜਿਹੜੀ ਟ੍ਰੇਨਿੰਗ ਦੇ ਵਿੱਚ ਫਰਕ ਰਹਿ ਜਾਂਦਾ ਕਈ ਵਾਰੀ ਟ੍ਰੇਨਿੰਗ ਠੀਕ ਨਹੀਂ ਹੁੰਦੀ ਕਈ ਬੰਦਿਆਂ ਨੂੰ ਪਤਾ ਨਹੀਂ ਹੁੰਦਾ ਕਈ ਬੰਦੇ ਕਾਲੇ ਔਰ ਬੰਬ ਲਾਉਣ ਵਾਲੇ ਬੰਦੇ ਜਿਹੜੇ ਨੇ ਉਹ ਹਮੇਸ਼ਾ ਇਸ ਕਾਹਲੀ 'ਚ ਰਹਿੰਦੇ ਨੇ ਉਹਨਾਂ ਨੂੰ ਇਹ ਲੱਗਿਆ ਰਹਿੰਦਾ ਕਿ ਮੈਂ ਫਟਾਫਟ ਇਸ ਨੂੰ ਫਿੱਟ ਕਰਕੇ ਨਿਕਲ ਜਾਵਾਂ। ਉਦੋਂ ਕਈ ਵਾਰ ਜਿਹੜਾ ਕੋਈ ਬਹੁਤਾ ਟ੍ਰੇਨ ਨਹੀਂ ਹੁੰਦਾ ਉਹ ਕਈ ਵਾਰ ਅਲੱਗ ਕਿਸਮ ਦੇ ਉਹਨੂੰ ਜੋੜਨ ਲੱਗਿਆ ਗਲਤੀ ਕਰਦਾ ਤੇ ਬਲਾਸਟ ਹੋ ਸਕਦਾ। ਉਹ ਬੰਦਾ ਆਪ ਵੀ ਇਸ ਤਰ੍ਹਾਂ ਦੇ ਇੱਕ ਕੇਸ ਨਹੀਂ ਹੋਇਆ ਬੜੇ ਕੇਸ ਹੋਏ ਨੇ ਜਿਨ੍ਹਾਂ ਦੇ ਵਿੱਚ ਜੋ ਬੰਬ ਲਾਉਣ ਲੱਗਿਆ ਉਹਨੂੰ ਆਪਣੇ ਤੋਂ ਹੀ ਬਲਾਸਟ ਹੋ ਗਿਆ ਤੇ ਆਪਣੇ ਆਪ ਹੀ ਉਹਦੀ ਡੈਥ ਹੋ ਗਈ। ਵਾਕਈ ਇਹ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ ਜਾਂ ਚੋਣਾਂ ਦੇ ਨੇੜੇ ਵੀ ਲੋਕਾਂ ਦੇ ਸੈਂਟੀਮੈਂਟ ਵੀ ਹੈਗਾ ਦੂਸਰੇ ਪਾਸੇ ਬੇਅਦਬੀ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਲੋਕਾਂ ਦੇ ਵਿੱਚ ਪਾੜਾ ਪਾਉਣ ਵਾਸਤੇ ਹੈ ਜਾਂ ਇੱਕ ਧਰੂਵੀਕਰਨ ਕਰਨ ਵਾਸਤੇ ਇੱਦਾਂ ਦੀਆਂ ਗੱਲਾਂ ਹੋ ਰਹੀਆਂ ਨੇ। ਇਹ ਹੋ ਵੀ ਸਕਦਾ ਇਸ ਨੂੰ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਪੋਲੀਟੀਕਲ ਪਾਰਟੀਆਂ ਜਾਂ ਜੋ ਕੋਈ ਬੰਦੇ ਹੋਰ ਨੇ ਜਿਹੜੀਆਂ ਮਾੜੀਆਂ ਏਜੰਸੀਆਂ ਨੇ ਜਾਂ ਮਾੜੇ ਜਿਹੜੇ ਕਿਰਦਾਰ ਦੇ ਬੰਦੇ ਨੇ ਉਹ ਇਸ ਸਮੇਂ ਦਾ ਫਾਇਦਾ ਵੀ ਉਠਾਉਂਦੇ ਨੇ ਤਾਂ ਕਿ ਇੱਕਦਮ ਭੜਕਾਇਆ ਜਾ ਸਕੇ ਕਿਸੇ ਦੀਆਂ ਭਾਵਨਾਵਾਂ ਨੂੰ। ਲੋਕਾਂ ਦੇ ਦਿਮਾਗ ਵਿੱਚ ਇਹ ਚੀਜ਼ ਆ ਚੁੱਕੀ ਹੈ ਵੀ ਜਦੋਂ ਚੋਣਾਂ ਹੋਣਗੀਆਂ ਇਹ ਚੀਜ਼ਾਂ ਤਾਂ ਵਾਪਰਦੀਆਂ ਕਿ ਇਹ ਜਿਹੜੀਆਂ ਘਟਨਾਵਾਂ ਨੇ ਜਾਣ-ਬੁੱਝ ਕੇ ਕਰਾਈਆਂ ਜਾਂਦੀਆਂ ਨੇ ਇਹ ਜਿਹੜੀਆਂ ਘਟਨਾਵਾਂ ਨੇ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਔਰ ਜਾਣ ਕੇ ਇਹਨਾਂ ਨੂੰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਭੜਕਾਉਣ ਵਾਸਤੇ ਇੱਦਾਂ ਦੀਆਂ ਘਟਨਾਵਾਂ ਕਰਾਈਆਂ ਜਾਣ। ਬਤੌਰ ਆਫਿਸਰ ਤੁਸੀਂ ਕੀ ਸਮਝਦੇ ਹੋ ਦੋ ਘਟਨਾਵਾਂ ਦਰਬਾਰ ਸਾਹਿਬ ਤੇ ਕਪੂਰਥਲਾ ਕੀ ਹੋਣਾ ਚਾਹੀਦਾ ਸੀ ਪਕੜ ਕੇ ਇਨਵੈਸਟੀਗੇਸ਼ਨ ਹੁੰਦੀ ਹੁਣ ਤਾਂ ਇਨਵੈਸਟੀਗੇਸ਼ਨ ਨਹੀਂ ਹੋ ਸਕਦੀ ਕਿਉਂਕਿ ਦੋਨਾਂ ਜਗ੍ਹਾ ਦੇ ਉੱਤੇ ਮੌਤ ਹੋ ਚੁੱਕੀ ਹੈ। ਜਿਹੜੇ ਬੇਅਦਬੀ ਕਰਨ ਆਏ ਸੀ ਕਪੂਰਥਲਾ ਦੇ ਪੁਲਿਸ ਨੇ ਕਹਿਤਾ ਵੀ ਬੇਅਦਬੀ ਨਹੀਂ ਕਰਨ ਆਏ ਸੀ ਤੇ ਉਹ ਦੂਜੇ ਪਾਸੇ ਕਹਿ ਦਿੱਤਾ ਗਿਆ ਵੀ ਉਹ ਸ਼ਖਸ ਦੀ ਪਛਾਣ ਨਹੀਂ ਹੋ ਪਾਈ ਹੁਣ ਤੱਕ ਵੀ। ਬਤੌਰ ਆਫਿਸਰ ਤੁਸੀਂ ਕੀ ਸੋਚਦੇ ਹੋ? ਮੈਂ ਬਤੌਰ ਪੁਲਿਸ ਅਫਸਰ ਇਹ ਸੋਚਦਾ ਕਿ ਜੇਕਰ ਉਹ ਬੰਦਾ ਬਚ ਗਿਆ ਹੁੰਦਾ ਤਾਂ ਸਾਨੂੰ ਬੈਟਰ ਰਿਜ਼ਲਟ ਮਿਲਦੇ ਇਹਦੋਂ ਬਹੁਤ ਵਧੀਆ ਸਾਡੇ ਕੋਲੇ ਰਿਜ਼ਲਟ ਆਉਂਦੇ ਕਿ ਸਾਰੀ ਟੋਟਲ ਉਹਦੀ ਸਕੀਮ ਉਹਦੀ ਪਲੈਨਿੰਗ ਉਹ ਕਿਸ ਮਕਸਦ ਨਾਲ ਆਇਆ ਸੀ ਉਹਨੂੰ ਕਿਸ ਨੇ ਹੀ ਭੇਜਿਆ ਸੀ ਉਹਦੇ ਪਿਛਲੇ ਪਾਸੇ ਕੌਣ ਸੀ ਉਹ ਸਾਰੀਆਂ ਗੱਲਾਂ ਅੱਜ ਨੂੰ ਖੁੱਲ੍ਹ ਚੁੱਕੀਆਂ ਹੁੰਦੀਆਂ। ਪੰਜਾਬ ਦੇ ਵਿੱਚ ਪਿਛਲੇ ਕੋਈ 4-5 ਮਹੀਨੇ ਦੀ ਗੱਲ ਕਰੀਏ ਬਲਾਸਟ ਨੂੰ ਲੈ ਕੇ ਜ਼ਿਕਰ ਕੀਤਾ ਜਾਂਦਾ ਅਖਬਾਰ ਵਿੱਚ ਵੀ ਅਲੱਗ-ਅਲੱਗ ਸੁਰਖੀਆਂ ਵੀ ਬੰਦੀਆਂ ਆਈਆਂ ਨੇ। ਲੁਧਿਆਣੇ ਦੇ ਵਿੱਚ ਬਲਾਸਟ ਹੋਇਆ ਕਿਹਾ ਜਾਂਦਾ ਜੋ ਕਨਸਟੇਬਲ ਉੱਥੇ ਮੌਜੂਦ ਸੀ ਜੋ ਸਸਪੈਂਡ ਹੈੱਡ ਕਨਸਟੇਬਲ ਸੀ ਉਸ ਦੀ ਵੀ ਉੱਥੇ ਮੌਤ ਹੋ ਜਾਂਦੀ ਹੈ। ਹੁਣ ਥੋੜਾ ਹੋਰ ਪਿੱਛੇ ਚੱਲ ਕੇ ਦੇਖਣਾ ਪੈਣਾ ਮੋੜ ਬਲਾਸਟ ਵੀ ਹੁੰਦਾ ਚੋਣਾਂ ਦੇ ਨੇੜੇ ਜਾ ਕੇ ਬਲਾਸਟ ਉਸ ਤੋਂ ਪਹਿਲਾਂ ਵੀ ਚੋਣਾਂ ਦੇ ਨੇੜੇ ਮੋੜ ਬੰਬ ਧਮਾਕਾ ਜੋ ਹੁੰਦਾ। ਹੁਣ ਇਸ ਨੂੰ ਸਮਝਣ ਦੀ ਲੋੜ ਹੈ ਕਿ ਚੋਣਾਂ ਦੇ ਨੇੜੇ ਕਿਉਂ ਉਹ ਦੂਸਰੀ ਸਭ ਤੋਂ ਅਹਿਮ ਗੱਲ ਹੈ ਬੇਅਦਬੀ ਨੂੰ ਲੈ ਕੇ ਹਰਿਮੰਦਰ ਸਾਹਿਬ ਦੇ ਵਿੱਚ ਬੇਅਦਬੀ ਹੋਈ ਕਪੂਰਥਲਾ ਦੇ ਵਿੱਚ ਬੇਅਦਬੀ ਹੋਈ ਕਪੂਰਥਲੇ ਵਾਲੀ ਬੇਅਦਬੀ ਦੇ ਵਿੱਚ ਪੁਲਿਸ ਨੇ ਕਹਿ ਦਿੱਤਾ ਜਾ ਕੇ ਉਸ ਉੱਪਰ FIR ਹੋਏਗੀ ਜਿਨ੍ਹਾਂ ਨੇ ਉਸ ਸ਼ਖਸ ਨੂੰ ਮਾਰਿਆ। ਇੱਕ ਵੀਡੀਓ ਆ ਜਾਂਦੀ ਹੈ ਇੱਕ ਮੰਦ ਬੁੱਧੀ ਜੋ ਬੱਚਾ ਸੀ ਉਸਦੀ ਵੀਡੀਓ ਆ ਜਾਂਦੀ ਹੈ ਉਸ ਬਾਅਦ ਅਲੱਗ-ਅਲੱਗ ਤਰੀਕੇ ਨਾਲ ਸਭ ਨੇ ਰਿਐਕਟ ਕੀਤਾ। ਕੋਈ ਕਹਿ ਰਿਹਾ ਸੀ ਬਿਲਕੁਲ ਸਹੀ ਕੀਤਾ ਇਹ ਕੰਮ ਹੋਣਾ ਚਾਹੀਦਾ ਸੀ ਕਦ ਤੱਕ ਸਿੱਖਾਂ ਨੂੰ ਇਨਸਾਫ ਨਹੀਂ ਮਿਲੇਗਾ। ਕੋਈ ਕਹਿ ਰਿਹਾ ਸੀ ਵੀ ਉਹ ਬੱਚੇ ਨੂੰ ਨਹੀਂ ਮਾਰਨਾ ਚਾਹੀਦਾ ਸੀ ਇੰਟੈਰੋਗੇਟ ਕੀਤਾ ਜਾਂਦਾ ਪੁਲਿਸ ਵੱਲੋਂ ਉਸ ਨੂੰ ਕਿਸ ਨੇ ਭੇਜਿਆ ਕਿਵੇਂ ਆਇਆ। ਹਰਿਮੰਦਰ ਸਾਹਿਬ ਦੀ ਜੇ ਗੱਲ ਕਰੀਏ ਉਸ ਨੂੰ ਵੀ ਲੈ ਕੇ ਹੱਲੇ ਜੋ ਸ਼ਖਸ ਨੇ ਬੇਅਦਬੀ ਕੀਤੀ ਸੀ ਉੱਥੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਨੂੰ ਮਾਰ ਦਿੱਤਾ ਗਿਆ ਪਰ ਉਸ ਉੱਪਰ ਵੀ ਹੁਣ ਪੋਸਟਮਾਰਟਮ ਹੋ ਗਿਆ ਪਰ ਉਸ ਦੀ ਪਹਿਚਾਣ ਵੀ ਹੁਣ ਤੱਕ ਨਹੀਂ ਹੋ ਪਾਈ ਹੈ। ਹੁਣ ਦੋ ਸਵਾਲ ਨੇ ਇੱਕ ਪਾਸੇ ਬੰਬ ਫਟਦਾ ਲੁਧਿਆਣਾ ਜ਼ਿਲ੍ਹਾ
ਵਿੱਚ ਡਿਸਟ੍ਰਿਕਟ ਕੋਰਟ ਦੇ ਵਿੱਚ ਤੇ ਦੂਸਰੇ ਪਾਸੇ ਬੇਅਦਬੀ। ਸਾਡੇ ਨਾਲ ਮੌਜੂਦ ਨੇ ਸਤਪਾਲ ਸਿੰਘ ਸਿੱਧੂ ਜੋ ਕਿ 2012 ਦੇ ਵਿੱਚ ਬਤੌਰ ਐਸਐਸਪੀ ਰਿਟਾਇਰ ਹੋਏ ਨੇ। ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਜਦੋਂ ਬੰਬ ਬਲਾਸਟ ਹੁੰਦਾ ਕਿ ਵਾਕਈ ਇਸ ਵਿੱਚ ਵੀ ਕੋਈ ਤਕਨੀਕ ਹੁੰਦੀ ਹੈ ਟਾਈਮ ਸੈੱਟ ਕਰਨ ਨੂੰ ਲੈ ਕੇ, ਟਾਈਮ ਕਿਵੇਂ ਸੈੱਟ ਹੁੰਦਾ ਹੈ ਕਿ ਜਲਦਬਾਜ਼ੀ ਵਿੱਚ ਵੀ ਬੰਬ ਬਲਾਸਟ ਹੋ ਸਕਦਾ ਹੈ ਜੇ ਉਲਟ ਪੁਲਟ ਤਾਰਾਂ ਲਗਾ ਦਿੱਤੀਆਂ ਗਈਆਂ, ਜਾਂ ਜਿਸ ਸ਼ਖਸ ਨੇ ਬੰਬ ਰੱਖਿਆ ਉਹ ਵੀ ਕਿਤੇ ਨਾ ਕਿਤੇ ਗਲਤੀ ਕਰ ਜਾਂਦਾ। ਕੋਸ਼ਿਸ਼ ਕਰਾਂਗੇ ਇਸ ਚੀਜ਼ ਨੂੰ ਥੋੜਾ ਟਟੋਲਣ ਦੀ, ਔਰ ਦੂਸਰੇ ਪਾਸੇ ਬੇਅਦਬੀ ਦੀ ਵੀ ਗੱਲਬਾਤ ਕਰਾਂਗੇ। ਪਹਿਲਾਂ ਆਪਾਂ ਸ਼ੁਰੂਆਤ ਕਰਾਂਗੇ ਬੰਬ ਬਲਾਸਟ ਨੂੰ ਲੈ ਕੇ ਵੀ ਕਿਉਂ ਇਹ ਘਟਨਾ ਵਾਪਰ ਰਹੀ ਹੈ। ਸਭ ਆਪਾਂ ਸਵਾਗਤ ਹੈ ਪੰਜਾਬ ਨਿਊਜ਼ ਤੇ। ਸਭ ਪਹਿਲਾਂ ਮੇਰਾ ਸਵਾਲ ਹੈ ਕਿ ਮੋੜ ਬੰਬ ਧਮਾਕਾ ਹੋਇਆ, ਉਸ ਤੋਂ ਬਾਅਦ ਦੇਖਿਆ ਆਪਾਂ ਜਲਾਲਾਬਾਦ ਦੇ ਵਿੱਚ ਮੋਟਰਸਾਈਕਲ ਉੱਤੇ ਟਿਫਨ ਬੰਬ ਦਾ ਜ਼ਿਕਰ ਕੀਤਾ ਗਿਆ, ਟਿਫਨ ਬੰਬ ਉੱਥੇ ਧਮਾਕਾ ਹੁੰਦਾ। ਫਿਰ ਦੁਬਾਰਾ ਹੁਣ ਲੁਧਿਆਣਾ ਦੇ ਵਿੱਚ, ਲੁਧਿਆਣਾ ਦੇ ਜਿੱਥੇ ਵਕੀਲ ਬੈਠਦੇ ਨੇ ਕੋਰਟ ਦੇ ਵਿੱਚ, ਡਿਸਟ੍ਰਿਕਟ ਕੋਰਟ ਦੇ ਵਿੱਚ ਬੰਬ ਧਮਾਕਾ ਹੁੰਦਾ। ਹੁਣ ਸਵਾਲ ਮੇਰਾ ਹੈ ਕਿ ਚੋਣਾਂ ਦੇ ਨੇੜੇ ਕਿਉਂ, ਪਹਿਲਾਂ ਕਿਉਂਕਿ ਲੋਕਾਂ ਦੇ ਜ਼ਿਹਨ 'ਚ ਵੀ ਸਵਾਲ ਹੋਊਗਾ ਵੀ ਚੋਣਾਂ ਦੇ ਹੀ ਨੇੜੇ ਕਿਉਂ, ਇਲੈਕਸ਼ਨ ਦੇ ਨੇੜੇ ਹੀ ਕਿਉਂ ਇਹ ਚੀਜ਼ਾਂ ਵਾਪਰਦੀਆਂ ਨੇ। ਦੇਖੋ, ਮੈਂ ਤੁਹਾਨੂੰ ਇਸ ਗੱਲ ਤੇ ਬੜੀ ਸਪਸ਼ਟ ਕਹਿ ਦੂੰਗਾ ਕਿ ਜਦੋਂ ਕੋਈ ਘਟਨਾਵਾਂ ਜਿਹੜੀਆਂ ਨੇ ਚੋਣਾਂ ਦੇ ਨੇੜੇ ਵਾਪਰਨੀਆਂ ਤਾਂ ਲੋਕਾਂ ਦਾ ਸਵਾਲ ਕੁਦਰਤੀ ਗੱਲ ਹੈ ਅਲੱਗ ਕਿਸਮ ਦਾ ਹੋਊਗਾ। ਜੇਕਰ ਇਹੀ ਧਮਾਕੇ ਨਾਰਮਲ ਜਿਹੜੇ ਪਿਛਲੇ ਸਮਾਂ ਸੀਗਾ ਉਹਦੇ 'ਚ ਹੋਏ ਹੁੰਦੇ, ਜਿਸ ਤਰ੍ਹਾਂ ਪਹਿਲਾਂ ਹੋਏ ਨੇ, ਉਦੋਂ ਇਹਨਾਂ ਧਮਾਕਿਆਂ ਦੇ ਬਾਰੇ ਚੋਣਾਂ ਨਾਲ ਨਹੀਂ ਜੋੜਿਆ ਜਾਣਾ ਸੀ। ਲੇਕਿਨ ਹੁਣ ਕਿਉਂਕਿ ਧਮਾਕੇ ਚੋਣਾਂ ਦੇ ਬਿਲਕੁਲ ਸਿਰੇ 'ਤੇ ਆਉਣ 'ਤੇ ਹੋਏ ਨੇ ਤੇ ਨੈਚੁਰਲੀ ਇਹਨੂੰ ਚੋਣਾਂ ਨਾਲ ਲੋਕ ਜੋੜ ਕੇ ਵੇਖ ਰਹੇ ਨੇ। ਜਿੱਥੋਂ ਤੱਕ ਸਵਾਲ ਹੈ ਕਿ ਮੈਂ ਜਿਹੜੇ ਮੇਰੇ ਆਪਦੇ ਵਿਊਜ਼ ਨੇ ਉਹਦੇ ਮੁਤਾਬਕ ਮੈਂ ਕਹਿੰਦਾ ਵੀ ਕਿ ਜਿੰਨੀ ਕਾਹਲ ਇਸ ਵੇਲੇ ਲੋਕਾਂ ਨੂੰ ਉਹਦੀ ਸੱਚਾਈ ਜਾਣਨ 'ਚ ਹੋਈ ਪਈ ਹੈ, ਜਾਂ ਮੀਡੀਆ ਉਹਨੂੰ ਬਹੁਤ ਜਲਦੀ ਖੰਗਾਲਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਛੇਤੀ ਤੋਂ ਛੇਤੀ ਇਸ ਗੱਲ ਦਾ ਪਤਾ ਲੱਗੇ। ਔਰ ਮੈਂ ਹਮੇਸ਼ਾ ਹੀ ਮੇਰੇ ਆਪਦੇ ਵਿਊਜ਼ ਨੇ ਕਿ ਇਨਵੈਸਟੀਗੇਸ਼ਨ ਜਿਹੜੀ ਹੈ ਉਹਨੂੰ ਬਹੁਤ ਕਾਹਲੀ ਨਾਲ ਇਨਵੈਸਟੀਗੇਸ਼ਨ ਕਰਨੀ ਜਾਂ ਬੜੀ ਕਾਹਲੀ ਨਾਲ ਇਨਵੈਸਟੀਗੇਸ਼ਨ ਦੇ ਨਤੀਜੇ ਦੱਸਣੇ, ਉਹ ਵੀ ਕੋਈ ਬਹੁਤੀ ਚੰਗੀ ਗੱਲ ਨਹੀਂ ਹੁੰਦੀ। ਕਿਉਂਕਿ ਇਨਵੈਸਟੀਗੇਸ਼ਨ ਜਿਹੜੀ ਖਾਸ ਕਰਕੇ ਬੰਬ ਬਲਾਸਟ ਵਰਗੇ ਕੇਸਿਸ ਨੇ ਉਹਨਾਂ ਦੇ ਵਿੱਚ ਟੈਕਨੀਕਲ ਜਿਹੜੀਆਂ ਰਿਪੋਰਟਸ ਨੇ ਉਹ ਐਡੀ ਛੇਤੀ ਹਾਸਲ ਨਹੀਂ ਕੀਤੀਆਂ ਜਾ ਸਕਦੀਆਂ, ਔਰ ਉਹਦੇ ਵਿੱਚ ਹਾਸਲ ਕਰਨ ਵਾਸਤੇ ਟਾਈਮ ਲੱਗਦਾ ਹੈ ਕਿ ਇਹ ਬਲਾਸਟ ਜਿਹੜਾ ਹੈ ਇਹਦੇ ਵਿੱਚ ਕਿਹੜਾ ਬਾਰੂਦ ਵਰਤਿਆ ਗਿਆ, ਕਿਹੜੀ ਡਿਵਾਈਸ ਵਰਤੀ ਗਈ, ਕਿਹੜੀ ਡਿਵਾਈਸ ਨਾਲ ਇਹਨੂੰ ਬਲਾਸਟ ਕੀਤਾ ਗਿਆ। ਉਹਦੇ ਵਾਸਤੇ ਲੈਬੋਰਟਰੀਜ਼ ਜਿਹੜੀਆਂ ਨੇ ਉਹ ਜਿੰਨਾ ਚਿਰ ਉਹਨੂੰ ਸਟੱਡੀ ਨਹੀਂ ਕਰ ਲੈਂਦੀਆਂ, ਜਿੰਨਾ ਚਿਰ ਉਹਨੂੰ ਦੱਸ ਨਹੀਂ ਦਿੰਦੀਆਂ, ਉਹਨਾਂ ਚਿਰ ਇਹ ਕਹਿਣਾ ਕਿ ਇਹ ਕਿਸ ਕਿਸਮ ਦਾ ਬੰਬ ਸੀ, ਇਹ ਬਹੁਤ ਹੀ ਮੇਰੇ ਖਿਆਲ 'ਚ ਕਾਹਲੀ ਵਾਲੀ ਗੱਲ ਹੈ ਕਿ ਕਿਸ ਕਿਸਮ ਦਾ ਬੰਬ ਸੀ, ਇਹਨੂੰ ਕਿਸ ਤਰ੍ਹਾਂ ਫਿੱਟ ਕੀਤਾ ਗਿਆ ਸੀ ਜਾਂ ਕਿਸ ਤਰ੍ਹਾਂ ਲਾਇਆ ਗਿਆ ਸੀ। ਇਹ ਮੈਂ ਇਹਦੇ ਨਾਲ ਬਹੁਤਾ ਸਹਿਮਤ ਨਹੀਂ ਹੁੰਦਾ ਕਿ ਛੇਤੀ ਦਿਨੇ ਦੱਸਿਓ ਕਿ ਇਹ ਬੰਬ ਕਿਸ ਤਰ੍ਹਾਂ ਦਾ ਸੀ, ਕਿਸ ਕਿਸਮ ਦਾ ਸੀ। ਸਵਾਲ ਸਾਡਾ ਅਗਲਾ ਇਹੀ ਹੈ ਕਿ ਤੁਸੀਂ ਹੁਣ ਜ਼ਿਕਰ ਕਰ ਰਹੇ ਸੀ ਟਾਈਮ ਨੂੰ ਲੈ ਕੇ ਕਿ ਕੋਈ ਸ਼ਖਸ ਦੋ ਤਰੀਕੇ ਤੇ ਬੰਬ, ਇੱਕ ਡਿਫਿਊਜ਼ ਕਰਨ ਦੇ, ਇੱਕ ਬੰਬ ਨੂੰ ਜਾ ਕੇ ਕਿਸੇ ਜਗ੍ਹਾ ਤੇ ਰੱਖ ਦਿੱਤਾ, ਉਹਨੂੰ ਸੈੱਟ ਕਰਨ ਦੇ, ਤਾਰਾਂ ਕਿਵੇਂ ਜੁੜਨੀਆਂ ਨੇ, ਟਾਈਮ ਕਿਵੇਂ ਸੈੱਟ ਕਰਨਾ ਹੈ। ਤੁਸੀਂ ਟਾਈਮ ਦਾ ਜ਼ਿਕਰ ਕੀਤਾ ਕਿ ਘੜੀ ਦਾ ਤੇ ਇੱਕ ਡਿਜੀਟਲ ਟਾਈਮ ਦਾ, ਕਿ ਵਾਕਈ ਕੋਈ ਇਹੋ ਜਿਹਾ ਇਹ ਵੀ ਹੁੰਦਾ ਵੀ ਕੋਈ ਸ਼ਖਸ ਬੰਬ ਲਗਾਉਣ ਗਿਆ ਹੋਵੇ, ਜਲਦਬਾਜ਼ੀ 'ਚ ਉਹਦਾ ਟਾਈਮ ਗਲਤ ਸੈੱਟ ਕਰ ਦਿੱਤਾ ਹੋਵੇ ਜਾਂ ਤਾਰਾਂ ਜਿਹੜੀਆਂ ਨੇ ਗਲਤ ਲਗਾ ਦਿੱਤੀਆਂ ਹੋਣ, ਇਹ ਹੁੰਦਾ? ਬਿਲਕੁਲ। ਦੇਖੋ, ਗੱਲ ਇਹ ਹੈ ਵੀ ਡਿਵਾਈਸਿਸ ਵੱਖਰੀਆਂ, ਇਹਨੂੰ ਕਹਿੰਦੇ ਨੇ ਇੰਪਰੋਵਾਈਜ਼ਡ, ਜਿਹੜੇ ਇਹਨਾਂ ਨੂੰ ਇੰਪਰੋਵਾਈਜ਼ ਬੰਬ ਕਿਹਾ ਜਾਂਦਾ, ਡਿਵਾਈਸਿਸ ਕਿਹਾ ਜਾਂਦਾ। ਇਹ ਇੰਪਰੋਵਾਈਜ਼ ਡਿਵਾਈਸਿਸ ਜਿਹੜੀਆਂ ਜਿੰਨੀਆਂ ਵੀ ਇੰਪਰੋਵਾਈਜ਼ ਡਿਵਾਈਸਿਸ ਨੇ ਇਹਦੇ ਵਿੱਚ ਜਿਹੜੀਆਂ ਵੱਖ-ਵੱਖ ਤਰ੍ਹਾਂ ਦੇ ਆਮ ਪ੍ਰਚਲਿਤ ਜਿਹੜੇ ਡਿਵਾਈਸਿਸ ਨੇ ਉਹਨਾਂ ਨੂੰ ਯੂਜ਼ ਕੀਤਾ ਜਾਂਦਾ। ਜਿਸ ਤਰ੍ਹਾਂ ਘੜੀ ਨੂੰ ਯੂਜ਼ ਕਰਨਾ ਜਾਂ ਕੋਈ ਡਿਜੀਟਲ ਵਾਚ ਨੂੰ ਯੂਜ਼ ਕਰਨਾ ਜਾਂ ਕਨੈਕਸ਼ਨ ਦੇਣ ਵਾਸਤੇ ਕਿਸੇ ਹੋਰ ਡਿਵਾਈਸ ਨੂੰ ਯੂਜ਼ ਕਰਨਾ, ਤਾਂ ਕਿ ਉਹ ਡਿਵਾਈਸ ਜਿਹੜੀ ਆ ਉਹ ਉਸ ਟਾਈਮ 'ਤੇ ਜਿਹੜਾ ਟਾਈਮ ਉਹ ਦੇਣਾ ਚਾਹੁੰਦਾ, ਜਿਸ ਟਾਈਮ ਨੂੰ ਰੱਖਣਾ ਚਾਹੁੰਦਾ, ਉਸ ਟਾਈਮ ਦੇ ਉੱਤੇ ਜਾ ਕੇ ਉਹ ਕਲਿੱਕ ਕਰੇ ਔਰ ਉਸ ਨੂੰ ਜਿਹੜਾ ਜਿਹਨੂੰ ਕਹਿੰਦੇ ਅਸੀਂ ਵੀ ਉਹਨੂੰ ਬੰਬ ਨੂੰ ਫਾੜਨ ਵਾਸਤੇ, ਤਾਂ ਕਿ ਬੰਬ ਅੱਗੇ ਚੱਲ ਸਕੇ, ਉਹ ਡੈਟੋਨੇਟਰ ਨੂੰ ਜਿਹੜੀ ਆ ਉਹ ਇਗਨੀਸ਼ਨ ਦੇਵੇ। ਜਦੋਂ ਡੈਟੋਨੇਟਰ ਨੂੰ ਇਗਨੀਸ਼ਨ ਦਿੰਦੀ ਆ ਉਸ ਤੋਂ ਬਾਅਦ ਉਹ ਅਗਲਾ ਬਲਾਸਟ ਹੁੰਦਾ। ਹੁਣ ਉਹਦੇ ਵਾਸਤੇ ਕੀ ਹੈ ਵੀ ਜੇ ਤੁਸੀਂ ਉਹਨੂੰ ਬੈਟਰੀ ਨਾਲ ਅਟੈਚ ਕਰਦੇ ਹੋ ਤਾਂ ਉਹਦੇ ਵਿੱਚ ਬੜੇ ਧਿਆਨ ਨਾਲ ਉਹਨੂੰ ਅਟੈਚ ਕਰਨਾ ਪੈਂਦਾ ਤਾਂ ਕਿ ਉਹਦੇ ਜਿਹੜਾ ਕਨੈਕਸ਼ਨ ਹੈ ਉਹ ਉਸ ਟਾਈਮ 'ਤੇ ਹੋਵੇ ਜਦੋਂ ਉਹ ਐਕਚੁਅਲ ਟਾਈਮ ਤੁਸੀਂ ਦੇਣਾ ਚਾਹੁੰਦੇ ਹੋ, ਜਿਹੜਾ ਵੀ ਬੰਦਾ ਬਲਾਸਟ ਕਰਦਾ। ਹੁੰਦਾ ਕੀ ਹੈ ਵੀ ਜਦੋਂ ਜਿਹੜੀ ਟ੍ਰੇਨਿੰਗ ਦੇ ਵਿੱਚ ਫਰਕ ਰਹਿ ਜਾਂਦਾ, ਕਈ ਵਾਰੀ ਟ੍ਰੇਨਿੰਗ ਠੀਕ ਨਹੀਂ ਹੁੰਦੀ, ਕਈ ਬੰਦਿਆਂ ਨੂੰ ਪਤਾ ਨਹੀਂ ਹੁੰਦਾ, ਕਈ ਬੰਦੇ ਕਾਲੇ, ਔਰ ਬੰਬ ਲਾਉਣ ਵਾਲੇ ਬੰਦੇ ਜਿਹੜੇ ਨੇ ਉਹ ਹਮੇਸ਼ਾ ਇਸ ਕਾਹਲੀ 'ਚ ਰਹਿੰਦੇ ਨੇ, ਉਹਨਾਂ ਨੂੰ ਇਹ ਲੱਗਿਆ ਰਹਿੰਦਾ ਹੈ ਕਿ ਮੈਂ ਫਟਾਫਟ ਇਸ ਨੂੰ ਫਿੱਟ ਕਰਕੇ ਨਿਕਲ ਜਾ। ਉਦੋਂ ਕਈ ਵਾਰ ਜਿਹੜਾ ਕੋਈ ਬਹੁਤਾ ਟ੍ਰੇਨ ਨਹੀਂ ਹੁੰਦਾ ਉਹ ਕਈ ਵਾਰ ਅਲੱਗ ਕਿਸਮ ਦੇ ਉਹਨੂੰ ਜੋੜਨ ਲੱਗਿਆ ਗਲਤੀ ਕਰਦਾ ਤੇ ਬਲਾਸਟ ਹੋ ਸਕਦਾ। ਉਹ ਬੰਦਾ ਆਪ ਵੀ ਇਸ ਤਰ੍ਹਾਂ ਦੇ, ਇੱਕ ਕੇਸ ਨਹੀਂ ਹੋਇਆ, ਬੜੇ ਕੇਸ ਹੋਏ ਨੇ
ਜਿਨ੍ਹਾਂ ਦੇ ਵਿੱਚ ਜੋ ਬੰਬ ਲਾਉਣ ਲੱਗਿਆ ਉਹ ਆਪਣੇ ਤੋਂ ਹੀ ਬਲਾਸਟ ਹੋ ਗਿਆ ਤੇ ਆਪਣੇ ਆਪ ਹੀ ਉਹਦੀ ਡੈਥ ਹੋ ਗਈ। ਸਰ ਹੁਣ ਪੰਜਾਬ ਦੀ ਮਾਹੌਲ ਦੀ ਗੱਲ ਕਰੀਏ, ਪੰਜਾਬ ਦੇ ਮਾਹੌਲ ਨੂੰ ਲੈ ਕੇ ਜਾਂ ਇਲੈਕਸ਼ਨ ਨੂੰ ਲੈ ਕੇ ਆਪਾਂ ਨੂੰ ਪਤਾ ਵੀ ਚਰਚਾ ਹੋ ਜਾਂਦੀ ਹੈ ਵੀ ਕਿਉਂ ਬੰਬ ਬਲਾਸਟ ਇਲੈਕਸ਼ਨਾਂ ਤੋਂ ਪਹਿਲਾਂ। ਇਹ ਕਾਰਨ ਚਲੋ ਤੁਸੀਂ ਹੁਣ ਕਹਿ ਤਾ ਵੀ ਲੋਕਾਂ ਨੇ ਉਹਨੂੰ ਜੋੜ ਲਿਆ, ਜੇ ਅੱਗੇ ਪਿੱਛੇ ਹੁੰਦਾ ਸ਼ਾਇਦ ਚੋਣਾਂ ਦਾ ਜ਼ਿਕਰ ਵੀ ਨਾ ਹੁੰਦਾ। ਹੁਣ ਚੋਣਾਂ ਦੇ ਨੇੜੇ ਜਾ ਕੇ ਹੋਇਆ, ਹੁਣ ਜ਼ਿਕਰ ਵੀ ਹੋਊਗਾ ਵੀ ਚੋਣਾਂ ਦੇ ਨੇੜੇ ਹੀ ਕਿਉਂ। ਫਿਰ ਵਾਕਈ ਇਹ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ, ਜਾਂ ਚੋਣਾਂ ਦੇ ਨੇੜੇ ਹੈਗਾ ਵੀ ਲੋਕਾਂ ਦੇ ਸੈਂਟੀਮੈਂਟ ਵੀ ਹੈਗਾ, ਦੂਸਰੇ ਪਾਸੇ ਬੇਅਦਬੀ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ। ਦੇਖੋ, ਜਿਹੜੇ ਸਵਾਲ ਇਹ ਹੈ ਵੀ ਇਹ ਇਨਸੀਡੈਂਟਾਂ ਦੇ ਬਾਰੇ ਲੋਕਾਂ ਦਾ ਸ਼ੱਕ ਹੋਣਾ, ਜਾਂ ਸਾਰੇ ਲੋਕਾਂ ਤੁਹਾਡਾ ਵੀ ਜਾਂ ਮੀਡੀਆ ਦਾ ਜਾਂ ਸਾਰਿਆਂ ਦਾ ਸ਼ੱਕ ਹੋਣਾ ਕਿ ਘਟਨਾਵਾਂ ਇਲੈਕਸ਼ਨ ਦੇ ਨੇੜੇ ਕਿਉਂ ਵਾਪਰਦੀਆਂ। ਜੇਕਰ ਬੇਅਦਬੀ ਦੀ ਗੱਲ ਕਰੀਏ, ਬੇਅਦਬੀ ਦੀਆਂ ਘਟਨਾ ਜਿਹੜੀ ਇਹ ਤਾਂ ਬਹੁਤ ਵੱਡੀ ਘਟਨਾ ਹੋਈ ਹੈ, ਜਿਹੜੀ ਬੇਅਦਬੀ ਦੀ ਅਟੈਂਪਟ ਹੋਈ ਹੈ ਦਰਬਾਰ ਸਾਹਿਬ 'ਚ, ਉਹ ਤਾਂ ਬਹੁਤ ਹੀ ਵੱਡੀ ਘਟਨਾ ਹੋਈ ਹੈ, ਉਹਦੀ ਸਾਨੂੰ ਸਾਰਿਆਂ ਨੂੰ ਨਿੰਦਾ ਵੀ ਕਰਨੀ ਚਾਹੀਦੀ ਹੈ। ਲੇਕਿਨ ਉਸ ਤੋਂ ਪਹਿਲਾਂ ਵੀ ਜੇ ਆਪਾਂ ਪਿਛਲਾ ਸਮਾਂ ਦੇਖੀਏ, ਲੰਮਾ ਸਮਾਂ ਦੇਖੀਏ, ਤਾਂ ਛੋਟੀਆਂ-ਮੋਟੀਆਂ ਬੇਅਦਬੀ ਦੀਆਂ ਘਟਨਾਵਾਂ ਪੰਜਾਬ 'ਚ ਹੁੰਦੀਆਂ ਰਹੀਆਂ ਨੇ। ਜੇ ਪਿਛਲੇ ਸਾਲ ਵੀ, ਉਸ ਤੋਂ ਪਿਛਲੇ ਸਾਲ ਵੀ ਛੋਟੀਆਂ-ਮੋਟੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਨੇ, ਲੇਕਿਨ ਉਹ ਇੰਨਾ ਤੂਲ ਨਹੀਂ ਫੜ ਸਕੀਆਂ ਜਿੰਨਾ ਤੂਲ ਇਹ ਇਲੈਕਸ਼ਨ ਦੇ ਨੇੜੇ ਹੋਣ ਕਰਕੇ ਇਸ ਗੱਲ ਨੇ ਫੜਿਆ। ਔਰ ਇਹਦਾ ਕਾਰਨ ਇਹ ਹੈ ਕਿ ਲੋਕਾਂ ਨੂੰ ਇਹ ਲੱਗਦਾ ਹੈ, ਆਮ ਜਿਹੜੇ ਮੀਡੀਆ ਨੂੰ ਵੀ ਇਹ ਲੱਗਦਾ ਵੀ ਸ਼ਾਇਦ ਕਿਤੇ ਇਹ ਲੋਕਾਂ ਦੇ ਵਿੱਚ ਪਾੜਾ ਪਾਉਣ ਵਾਸਤੇ ਹੈ, ਜਾਂ ਇੱਕ ਧਰੁਵੀਕਰਨ ਕਰਨ ਵਾਸਤੇ ਇੱਦਾਂ ਦੀਆਂ ਗੱਲਾਂ ਹੋ ਰਹੀਆਂ ਨੇ। ਇਹ ਹੋ ਵੀ ਸਕਦਾ, ਇਸ ਨੂੰ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਪੋਲੀਟੀਕਲ ਪਾਰਟੀਆਂ ਜਾਂ ਜੋ ਕੋਈ ਬੰਦੇ ਹੋਰ ਨੇ ਜਿਹੜੀਆਂ ਮਾੜੀਆਂ ਏਜੰਸੀਆਂ ਨੇ ਜਾਂ ਮਾੜੇ ਜਿਹੜੇ ਕਿਰਦਾਰ ਦੇ ਬੰਦੇ ਨੇ, ਉਹ ਇਸ ਸਮੇਂ ਦਾ ਫਾਇਦਾ ਵੀ ਉਠਾਉਂਦੇ ਨੇ ਤਾਂ ਕਿ ਇੱਕਦਮ ਭੜਕਾਇਆ ਜਾ ਸਕੇ ਕਿਸੇ ਦੀਆਂ ਭਾਵਨਾਵਾਂ ਨੂੰ। ਸੋ ਇਸ ਕਰਕੇ ਮੈਂ ਸਮਝਦਾ ਕਿ ਇਹਨੂੰ, ਜਿੱਥੋਂ ਤੱਕ ਮੇਰੀ ਰਾਏ ਹੈ ਕਿ ਇਸ ਗੱਲ ਦੀ ਤਫਤੀਸ਼ ਹੋਣੀ ਜਿਹੜੀ ਸੀ, ਜਿਹੜੀ ਦੀ ਪੜਤਾਲ ਹੋਣੀ ਸੀ, ਉਹ ਬਹੁਤ ਜ਼ਰੂਰੀ ਸੀ। ਹਾਂ, ਅਸੀਂ ਇੱਕ ਗਲਤੀ ਸਾਡੇ ਉੱਥੇ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਉਹ ਬੰਦੇ ਨੂੰ ਮਾਰ ਦਿੱਤਾ ਗਿਆ, ਉਹਦੇ ਵਿੱਚ ਇੱਕ ਗਲਤੀ ਹੋ ਗਈ ਹੈ, ਜਿਹੜੀ ਮੈਂ ਬਤੌਰ ਤਫਤੀਸ਼ੀ ਅਫਸਰ ਕਹੂੰਗਾ ਕਿ ਜੇ ਉਹ ਬੰਦਾ ਜ਼ਿੰਦਾ ਰਹਿ ਜਾਂਦਾ ਤਾਂ ਸਾਡੇ ਕੋਲੇ ਉਹ ਸੱਚ ਸਾਹਮਣੇ ਆ ਜਾਣਾ ਸੀ, ਜਿਹੜਾ ਹੁਣ ਸ਼ਾਇਦ ਉਸ ਦਰਜੇ ਤੱਕ ਸੱਚ ਤਾਂ ਸਾਹਮਣੇ ਆ ਸਕਦਾ ਹੈ, ਲੇਕਿਨ ਉਸ ਦਰਜੇ ਦਾ ਸੱਚ ਸਾਹਮਣੇ ਨਹੀਂ ਆਊਗਾ ਜਿਸ ਦਰਜੇ ਦਾ ਸੱਚ ਉਹ ਆਪ ਦੱਸ ਸਕਦਾ ਸੀ। ਇਹ ਚੀਜ਼ ਨੂੰ ਕਿਸ ਤਰ੍ਹਾਂ ਲਿਆ ਜਾਵੇ, ਸਿੱਖ ਭਾਵਨਾਵਾਂ ਨਾਲ ਲਿਆ ਜਾਵੇ, ਜਾਂ ਦੂਸਰੇ ਪਾਸੇ ਜੇ ਪੁਲਿਸ ਨੂੰ ਦੇ ਦਿੰਦੇ ਤਾਂ ਸ਼ਾਇਦ ਅੱਗੇ ਵੀ ਜਾ ਕੇ ਦੀ ਜਾਂਚ ਹੋ ਸਕਦੀ ਸੀ, ਪਤਾ ਲੱਗਦਾ ਜਾ ਕੇ ਅੱਗੇ। ਦੇਖੋ, ਗੱਲ ਇਹ ਹੈ, ਇੱਥੇ ਦੋਨੇ ਚੀਜ਼ਾਂ ਬਰਾਬਰ ਖੜੀਆਂ ਨੇ। ਜਿਹੜੀਆਂ ਸਿੱਖ ਭਾਵਨਾਵਾਂ ਨੇ, ਉਹ ਸਿੱਖ ਭਾਵਨਾਵਾਂ ਜਦੋਂ ਦੇਖੋ ਕਿਸੇ ਵੀ ਧਰਮ ਦੇ ਵਿੱਚ, ਖਾਸ ਕਰਕੇ ਸਿੱਖ ਧਰਮ ਦੇ ਵਿੱਚ ਸਾਡੀਆਂ ਭਾਵਨਾਵਾਂ ਬੜੀਆਂ ਉਤੇਜਿਤ ਹੁੰਦੀਆਂ, ਕਿਉਂਕਿ ਅਸੀਂ ਗੁਰੂ ਦੇ ਉਹ ਪਹਿਰੇਦਾਰ ਹਾਂ ਜਿਨ੍ਹਾਂ ਨੇ ਗੁਰੂ ਦੇ ਹਮੇਸ਼ਾ ਪਹਿਰਾ ਦਿੱਤਾ, ਔਰ ਅਸੀਂ ਆਪਦੇ ਗੁਰੂ ਦੇ ਹਵਾ ਵੱਲ ਵੀ ਕਿਸੇ ਨੂੰ ਝਾਕਣ ਨਹੀਂ ਦਿੱਤਾ। ਚਾਹੇ ਅਸੀਂ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਲੈ ਕੇ ਅਸੀਂ ਲਗਾਤਾਰ ਜੰਗਾਂ ਲੜੀਆਂ, ਆਪਦੇ ਗੁਰੂ ਦੀ ਰੱਖਿਆ ਕੀਤੀ, ਆਪਦੇ ਗੁਰੂ ਨੂੰ ਹਮੇਸ਼ਾ ਅਸੀਂ ਆਪਦੇ ਗੁਰੂ ਤੋਂ ਪਹਿਲਾਂ ਕੁਰਬਾਨੀਆਂ ਦਿੱਤੀਆਂ। ਉਸ ਕਰਕੇ ਮੈਂ ਸਮਝਦਾ ਕਿ ਸਾਡੀਆਂ ਜਿਹੜੀਆਂ ਸਿੱਖ ਕੌਮ ਦੀਆਂ ਭਾਵਨਾਵਾਂ ਨੇ ਉਹ ਬਹੁਤ ਛੇਤੀ ਭੜਕ ਜਾਂਦੀਆਂ ਨੇ, ਔਰ ਭੜਕੀਆਂ ਵੀ। ਔਰ ਇਹ ਮੈਂ ਸਮਝਦਾ ਉਹਨਾਂ ਦੇ ਭੜਕਣ ਦਾ ਕਾਰਨ ਜਿਹੜਾ ਹੈ, ਪਿਛਲੇ ਸਮੇਂ 'ਚ ਹੋਈਆਂ ਜਿੰਨੀਆਂ ਵੀ ਪਿਛਲੇ ਸਮੇਂ ਦੇ ਵਿੱਚ ਬੇਅਦਬੀਆਂ ਹੋਈਆਂ, ਉਹਨਾਂ ਦੇ ਬਹੁਤੇ ਵਧੀਆ ਨਤੀਜੇ ਨਾ ਨਿਕਲਣੇ, ਚਾਹੇ ਉਹ ਐਡਮਿਨਿਸਟ੍ਰੇਸ਼ਨ ਵੱਲੋਂ, ਚਾਹੇ ਉਹ ਆਮ ਲੋਕਾਂ ਵੱਲੋਂ ਬਾਅਦ ਉਹਦੇ ਰਿਜ਼ਲਟ ਲੋਕਾਂ ਨੂੰ ਨਾ ਮਿਲਣੇ, ਉਹਦਾ ਵੀ ਇੱਕ ਕਾਰਨ ਹੈ ਕਿ ਉਹ ਭਾਵਨਾਵਾਂ ਜ਼ਿਆਦਾ ਉਤੇਜਿਤ ਹੋ ਗਈਆਂ, ਔਰ ਉਹਦੇ ਨਾਲ ਰਿਜ਼ਲਟ ਇਹ ਨਿਕਲਿਆ ਕਿ ਉਹ ਬੰਦੇ ਦੀ ਮੌਤ ਹੋ ਗਈ। ਕਪੂਰਥਲਾ ਦੀ ਘਟਨਾ ਨੂੰ ਕਿੱਦਾਂ ਦੇਖਦੇ ਹੋ? ਕਪੂਰਥਲਾ ਦੀ ਘਟਨਾ ਨੂੰ ਮੈਂ ਇਸ ਤਰ੍ਹਾਂ ਦੇਖਦਾ ਵੀ ਕਪੂਰਥਲਾ ਦੀ ਘਟਨਾ ਦੇ ਵਿੱਚ ਵੀ ਜਿਹੜਾ ਸਾਡੀਆਂ ਭਾਵਨਾਵਾਂ ਜਿਹੜੀਆਂ ਸੀ, ਮੈਂ ਉੱਥੇ ਇਸ ਤਰ੍ਹਾਂ ਦੇਖਦਾ ਕਿ ਭਾਵਨਾਵਾਂ ਭੜਕਣ ਤੋਂ ਪਹਿਲਾਂ ਥੋੜ੍ਹਾ ਜਿਹਾ ਸੰਜਮ ਜੇ ਵਰਤਿਆ ਜਾਂਦਾ, ਕਿ ਪਹਿਲਾਂ ਉਹਨੂੰ ਦੇਖ ਲਿਆ ਜਾਂਦਾ ਕਿ ਵਾਕਈ ਉਹਨੇ ਬੇਅਦਬੀ ਕੀਤੀ ਹੈ ਕਿ ਨਹੀਂ ਕੀਤੀ, ਤਾਂ ਸ਼ਾਇਦ ਉਹ ਘਟਨਾ ਇੱਦਾਂ ਨਾ ਵਾਪਰਦੀ। ਲੇਕਿਨ ਲੋਕਾਂ ਦੀਆਂ ਭਾਵਨਾਵਾਂ ਸੀਗੀਆਂ, ਉਹ ਭੜਕ ਗਈਆਂ, ਔਰ ਭੜਕਾਉਣ ਵਾਲੇ ਬੰਦੇ ਨੇ ਭੜਕਾਈਆਂ ਕਿ ਮੈਂ ਕਿਤੇ ਇਹ ਨਾ ਹੋਵੇ ਮੇਰਾ ਇਸ ਦੇ ਵਿੱਚ ਮੇਰੀ ਜਿਹੜੀ ਪਹਿਰੇਦਾਰੀ ਹੈ, ਉਹ ਮੇਰੀ ਜਿਹੜੀ ਪਹਿਰੇਦਾਰੀ ਦੇ ਵਿੱਚ ਨੁਕਸ ਨਿਕਲ ਆਉਣ, ਵੀ ਤੂੰ ਕਿਉਂ ਨਹੀਂ ਗੌਰ ਕੀਤੀ। ਉਸ ਨੂੰ ਬਚਣ ਦੇ ਮਾਰੇ ਉਹਨੇ ਸ਼ਾਇਦ ਇੱਦਾਂ ਕੀਤਾ ਕਿ ਮੈਂ ਇੱਕ ਵਾਰੀ ਭਾਵਨਾਵਾਂ ਭੜਕਾ ਦਿਆਂ ਲੋਕਾਂ ਦੀਆਂ, ਅਤੇ ਲੋਕਾਂ ਦੀਆਂ ਭਾਵਨਾਵਾਂ ਉਹਨੇ ਭੜਕਾਈਆਂ, ਅਤੇ ਜਿਹਦੇ ਨਾਲ ਲੋਕਾਂ ਨੇ ਉਹਦੇ ਰਿਐਕਟ ਕੀਤਾ, ਔਰ ਉਹਦਾ ਨਤੀਜਾ ਮਾੜਾ ਨਿਕਲਿਆ। ਔਰ ਉਹ ਨਤੀਜਾ ਜਿਹੜਾ ਹੈ, ਮੈਂ ਤਾਂ ਅੱਜ ਸਾਰਾ ਕੁਝ ਜੋ ਕੁਝ ਦੇਖਿਆ TV ਚੈਨਲ 'ਤੇ, ਜੋ ਕੁਝ ਦੱਸਿਆ ਗਿਆ TV ਚੈਨਲਾਂ 'ਤੇ, ਮੈਂ ਸਮਝਦਾ ਉਹਦਾ ਬਹੁਤ ਹੀ ਮਾੜੀ ਘਟਨਾ ਹੋਈ ਹੈ, ਜਿਹੜੀ ਕਿ ਸਿੱਖ ਕੌਮ ਵਾਸਤੇ ਕੋਈ ਬਹੁਤੀ ਅੱਛੀ ਗੱਲ ਨਹੀਂ ਕਿ ਇੱਕ ਆਮ ਬੰਦੇ ਨੂੰ ਫੜ ਕੇ ਬਿਨਾਂ ਗੱਲ ਤੋਂ, ਜਿਹਦੇ 'ਤੇ ਕੋਈ ਦੂਸ਼ਣ ਸਾਬਤ ਵੀ ਨਾ ਹੋਇਆ ਹੋਵੇ, ਉਹਨੂੰ ਇੱਦਾਂ ਮਾਰਨਾ ਉਹਦੇ ਵਾਸਤੇ ਮੈਂ ਪੁਲਿਸ ਅਫਸਰਾਂ ਨੇ ਕਹਿ ਦਿੱਤਾ ਕਪੂਰਥਲੇ ਵੀ ਜਿਨ੍ਹਾਂ ਨੇ ਭੜਕਾਇਆ ਉਹਨਾਂ 'ਤੇ ਕਾਰਵਾਈ ਹੋਊਗੀ। ਕਈ ਤਾਂ ਵੀਡੀਓ ਵੀ ਡਿਲੀਟ ਕਰ ਚੁੱਕੇ ਨੇ ਵੀ ਉੱਥੇ ਕਈ ਗਏ, ਕਈਆਂ ਨੇ ਭੜਕਾਇਆ। ਹੁਣ ਪੁਲਿਸ ਕਹਿ ਰਹੀ ਅਸੀਂ ਵੀਡੀਓ ਦੇਖਾਂਗੇ, ਤਫਤੀਸ਼ ਕਰਾਂਗੇ, ਅਸੀਂ ਅਰੈਸਟ ਕਰਾਂਗੇ, ਪਰਚੇ ਦਰਜ ਕਰਾਂਗੇ। ਇੱਕ ਤਾਂ ਇਹ ਹੋ ਗਿਆ। ਹੁਣ ਜੇ ਦੂਸਰੇ ਪਾਸੇ ਦਰਬਾਰ ਸਾਹਿਬ 'ਚ ਬੇਅਦਬੀ, ਉਹਨਾਂ ਖਿਲਾਫ ਵੀ ਕਾਰਵਾਈ ਹੋਊਗੀ ਕੋਈ? ਦੇਖੋ, ਮੈਂ ਇਹ ਸਮਝਦਾ ਵੀ ਜਿਹੜੀ ਉੱਥੇ ਇਹ ਐਵੀਡੈਂਸ ਦੀ ਉਡੀਕ ਕਰਨੀ ਚਾਹੀਦੀ ਹੈ, ਮੀਡੀਆ ਨੂੰ ਵੀ ਕਰਨੀ ਚਾਹੀਦੀ ਹੈ
ਕਿ ਉਹਨੂੰ ਇਨਵੈਸਟੀਗੇਸ਼ਨ ਨੂੰ ਹਾਲੇ ਪੂਰਾ ਚੱਲਣ ਦਿੱਤਾ ਜਾਵੇ। ਇਨਵੈਸਟੀਗੇਸ਼ਨ ਦੇ ਵਿੱਚ ਹੋ ਸਕਦਾ ਕੋਈ ਇਹ ਤੱਥ ਆ ਜਾਣ ਜਿਹਦੇ 'ਚ ਇਹ ਸਮਝ ਆ ਜੇ ਕਿ ਉਸ ਬੰਦੇ ਦੇ ਉੱਪਰ ਜਿਹੜਾ ਹਮਲਾ ਕਰਾਉਣ ਵਾਲਾ ਬੰਦਾ ਜਾਂ ਕੋਈ ਉਸ ਬੰਦੇ ਨੂੰ ਉੱਥੇ ਤੱਕ ਲਿਜਾਣ ਵਾਲਾ, ਉੱਥੋਂ ਬਾਹਰ ਭੀੜ ਦੇ ਹਵਾਲੇ ਕਰਨ ਵਾਲੇ ਬੰਦੇ ਨੇ, ਹੋ ਸਕਦਾ ਹੈ ਉਹਨਾਂ ਦੇ ਕੋਈ ਲਿੰਕ ਨਿਕਲ ਆਵੇ। ਫਿਰ ਇਹ ਗੱਲ ਕਹੀ ਜਾ ਸਕੂਗੀ ਕਿ ਉਹ ਜਿਹੜੇ ਬੰਦੇ ਨੇ ਜਿਨ੍ਹਾਂ ਨੇ ਉਹਨੂੰ ਇਸ ਗੱਲ ਪਾਸੇ ਮੋੜਿਆ ਉਹਨਾਂ ਦੇ ਖਿਲਾਫ ਕੋਈ ਨਾ ਕੋਈ ਕਾਰਵਾਈ ਹੋਵੇ। ਲੇਕਿਨ ਜੇ ਆਪਾਂ ਕਹੀਏ ਕਿ ਜਨਰਲ ਪਬਲਿਕ ਦਾ ਕੋਈ ਇਸ ਵਿੱਚ ਕੋਈ ਰੋਲ ਨਹੀਂ ਹੈ, ਜਨਰਲ ਪਬਲਿਕ ਤਾਂ ਉਹਦੀਆਂ ਭਾਵਨਾਵਾਂ ਭੜਕਾਉਣ ਤੋਂ ਬਾਅਦ ਉਹਦਾ ਫਾਇਦਾ ਉਠਾਇਆ ਗਿਆ। ਅੱਛਾ ਸਰ, ਹੁਣ ਆਮ ਲੋਕ ਹਮੇਸ਼ਾ ਇਹ ਸੋਚਦਾ ਵੀ ਵੋਟਾਂ ਦੇ ਨੇੜੇ ਜਾ ਕੇ, ਹੁਣ ਤਾਂ ਇੱਕ ਮੁਹਾਵਰਾ ਵੀ ਬਣ ਗਿਆ ਵੀ ਵੋਟਾਂ ਦੇ ਨੇੜੇ ਜਾ ਕੇ ਪਤਾ ਵੀ ਬੰਬ ਬਲਾਸਟ ਦਾ ਜ਼ਿਕਰ ਹੁੰਦਾ ਹੈ ਜਾਂ ਇਸ ਤਰੀਕੇ ਨਾਲ ਬੇਅਦਬੀ ਦਾ ਜ਼ਿਕਰ ਹੁੰਦਾ, ਕਿਉਂਕਿ ਪਿਛਲੇ ਇਲੈਕਸ਼ਨ ਦੀ ਗੱਲ ਕਰ ਲਈ, ਉਸ ਸਮੇਂ ਵੀ 2016 ਦੀ ਆਪਾਂ ਗੱਲ ਕਰੀਏ ਬੇਅਦਬੀ ਹੋਈ। ਫਿਰ ਹੁਣ ਲੋਕਾਂ ਦੇ ਦਿਮਾਗ ਵਿੱਚ ਇਹ ਚੀਜ਼ ਆ ਚੁੱਕੀ ਹੈ ਵੀ ਜਦੋਂ ਚੋਣਾਂ ਹੋਣਗੀਆਂ ਇਹ ਚੀਜ਼ਾਂ ਤਾਂ ਵਾਪਰਨੀਆਂ ਨੇ। ਦੇਖੋ ਇਹ ਗੱਲ ਵੀ ਸਮੇਂ ਨਾਲ ਹੀ, ਜਦੋਂ ਦੇਖੋ ਜੇ ਅਸੀਂ ਦੇਖੀਏ ਤਾਂ ਜਿਹੜਾ ਕਿਸਾਨੀ ਮੋਰਚਾ ਲੱਗਿਆ ਸੀ ਉੱਥੇ ਵੀ ਇਦਾਂ ਦੀਆਂ ਕਈ ਘਟਨਾਵਾਂ ਵਾਪਰੀਆਂ। ਉਹਨਾਂ ਘਟਨਾਵਾਂ ਦੇ ਪਿੱਛੇ ਕਿਹਨੇ ਕੀ ਕੀਤਾ, ਉਹ ਹੌਲੀ ਹੌਲੀ ਜਿਹੜੇ ਉੱਥੇ ਲੋਕ ਇਕੱਠੇ ਸੀ ਉਹਨਾਂ ਨੂੰ ਸਮਝ ਆਈ ਕਿ ਇਹ ਜਿਹੜੀਆਂ ਘਟਨਾਵਾਂ ਨੇ ਜਾਣਬੁੱਝ ਕੇ ਕਰਾਈਆਂ ਜਾਂਦੀਆਂ ਨੇ। ਇਹ ਜਿਹੜੀਆਂ ਘਟਨਾਵਾਂ ਨੇ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਔਰ ਜਾਣ ਕੇ ਇਹਨਾਂ ਨੂੰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਭੜਕਾਉਣ ਵਾਸਤੇ ਇਦਾਂ ਦੀਆਂ ਘਟਨਾਵਾਂ ਕਰਾਈਆਂ ਜਾਣ। ਜਿਵੇਂ ਉੱਥੇ ਇੱਕ ਬੰਦਾ ਸੀ, ਉਹਦਾ ਬਾਂਹ ਕੱਟ ਦਿੱਤੀ ਗਈ। ਅੱਛਾ, ਇੱਕ ਉੱਥੇ ਰੇਪ ਦਾ ਇਸ ਤਰ੍ਹਾਂ ਹੀ ਹੋਇਆ, ਇੰਸੀਡੈਂਟ ਹੋਇਆ, ਉਹਨੂੰ ਹਾਂ ਟਿਕਰੀ ਬਾਰਡਰ ਤੇ ਉਹਨੂੰ ਉਛਾਲਣ ਦੀ ਕੋਸ਼ਿਸ਼ ਕੀਤੀ ਗਈ। ਸੋ ਇਦਾਂ ਦੀਆਂ ਘਟਨਾਵਾਂ ਨੂੰ ਉਛਾਲਿਆ ਜਾਂਦਾ। ਕੌਣ ਉਛਾਲਣ ਨੂੰ ਕਹਿੰਦਾ? ਇਹ ਦੇਖੋ ਹਰ ਬੰਦਾ ਜਿਹੜਾ ਨਾ ਪੋਲੀਟੀਕਲ, ਚਾਹੇ ਪੋਲੀਟੀਕਲ ਪਾਰਟੀਜ਼ ਹੋਣ ਤੇ ਚਾਹੇ ਉਹ ਆਪੋਜੀਸ਼ਨ ਹੋਵੇ ਤੇ ਚਾਹੇ ਉਹ ਬੰਦੇ ਹੋਣ ਜਿਹੜੇ ਉਸ ਮੂਵਮੈਂਟ ਦੇ ਜਾਂ ਉਸ ਜਿਹੜੀ ਘਟਨਾ ਜਿਹੜੀ ਜਿਵੇਂ ਇਲੈਕਸ਼ਨ ਹੈ ਉਹਦੇ ਅਗੇਂਸਟ ਬੜੀਆਂ ਸਾਰੀਆਂ ਸੋਚਾਂ ਹੁੰਦੀਆਂ, ਜਿਹੜੇ ਚਾਹੁੰਦੇ ਨੇ ਕਿ ਇੱਦਾਂ ਨੇ। ਅਸੀਂ ਕਿਸੇ ਸੋਚ ਨੂੰ ਨਹੀਂ ਕਹਿ ਸਕਦੇ ਕਿ ਫਲਾਣੀ ਸੋਚ ਹੀ ਇੱਦਾਂ ਕਰਦੀ ਹੈ। ਇੱਥੇ ਵੱਖਰੇ ਵੱਖਰੇ ਲੋਕ ਨੇ, ਵੱਖਰੀਆਂ ਵੱਖਰੀਆਂ ਸੋਚਾਂ ਨੇ। ਕਈ ਬੰਦਿਆਂ ਦਾ ਟਾਰਗੇਟ ਇਹ ਹੁੰਦਾ ਕਿ ਜਿੰਨੀ ਕਿਸੇ ਸੂਬੇ ਦੇ ਵਿੱਚ ਘਬਰਾਹਟ ਰਹੂਗੀ, ਜਿੰਨੀ ਕਿਸੇ ਸੂਬੇ ਦੇ ਵਿੱਚ ਹੜਬੜਾਹਟ ਰਹੂਗੀ, ਉਹਦੇ 'ਚ ਕਈ ਨਜਾਇਜ਼ ਕੰਮਾਂ ਵਾਲੇ ਵੀ ਫਾਇਦਾ ਉਠਾਉਂਦੇ ਨੇ। ਜਿਨ੍ਹਾਂ ਨੇ ਨਜਾਇਜ਼ ਧੰਦੇ ਚਲਾਉਣੇ ਨੇ ਉਹ ਵੀ ਇਹੋ ਜਿਹੇ ਘਟਨਾਵਾਂ ਨੂੰ ਕਰਦੇ ਰਹਿੰਦੇ ਨੇ ਕਿ ਤਾਂ ਕਿ ਲੋਕਾਂ ਦੇ ਵਿੱਚ ਹੜਬੜਾਹਟ ਰਹੇ ਤੇ ਸਾਡੇ ਵੱਲ ਪੁਲਿਸ ਦਾ ਧਿਆਨ ਨਾ ਜਾਵੇ ਤੇ ਲੋਕ ਉਹ ਪੁਲਿਸ ਉੱਧਰ ਹੀ ਲੱਗੀ ਰਹੇ। ਇਹ ਵੀ ਫਰਕ ਪੈਂਦਾ। ਕਈ ਤਾਂ ਇਹ ਵੀ ਕਹਿੰਦੇ ਨੇ ਕਿ ਪੰਜਾਬ ਉੱਥੇ ਦਿੱਲੀ ਦੀ ਬੂਥਾਂ ਤੇ ਬੈਠਾ ਸੀ, ਬਿੱਲ ਰੱਦ ਹੋਏ ਨੇ, ਵਾਪਸ ਆ ਗਿਆ, ਹੁਣ ਇਸ ਤੋਂ ਵੱਡਾ ਕੁਝ ਪੰਜਾਬ 'ਚ ਹੋਊਗਾ। ਦੇਖੋ ਗੱਲ ਇਹ ਹੈ ਵੀ ਇਹ 'ਚ ਕੋਈ ਸ਼ੱਕ ਨਹੀਂ ਹੈ। ਦੇਖੋ ਪੰਜਾਬ ਦੇ ਲੋਕਾਂ ਦੀ ਇੱਕ ਬੜੀ ਵੱਡੀ ਜਿੱਤ ਕਰਕੇ ਆਏ ਨੇ ਔਰ ਉਹ ਜਿੱਤ ਦਾ ਗੁੱਸਾ ਵੀ ਹੋ ਸਕਦਾ ਸਰਕਾਰ ਨੂੰ ਵੀ ਹੋ ਸਕਦਾ। ਜਿਹੜੀਆਂ ਜ਼ਰੂਰੀ ਨਹੀਂ ਸਰਕਾਰ ਨੂੰ ਗੁੱਸਾ ਹੋਵੇ, ਜਿਹੜੀਆਂ ਉਹ ਤਾਕਤਾਂ ਜਿਹੜੀਆਂ ਚਾਹੁੰਦੀਆਂ ਸੀ ਵੀ ਇਹ ਐਜੀਟੇਸ਼ਨ ਫੇਲ ਹੋਣੀ ਚਾਹੀਦੀ ਹੈ, ਜ਼ਰੂਰੀ ਨਹੀਂ ਕਿ ਸਰਕਾਰ ਚਾਹੁੰਦੀ ਸੀ ਕਿ ਫੇਲ ਨਾ ਹੋਵੇ। ਕਈ ਹੋਰ ਤਾਕਤਾਂ ਵੀ ਚਾਹੁੰਦੀਆਂ ਸੀ। ਜਿਹੜੀਆਂ ਕਿਹੜੀ ਤਾਕਤਾਂ ਹੋ ਸਕਦੀਆਂ? ਦੇਖੋ ਜਿਹੜੀਆਂ ਐਂਟੀ ਕਿਸਾਨ ਜਿੰਨੀਆਂ ਵੀ ਇੰਡਸਟਰੀ ਹੈ, ਚਾਹੇ ਜੋ ਮਰਜ਼ੀ ਹੈ, ਜਿਹੜੀਆਂ ਐਂਟੀ ਕਿਸਾਨ ਨੇ ਉਹ ਤਾਕਤਾਂ ਵੀ ਤਾਂ ਚਾਹੁੰਦੀਆਂ ਸੀ ਨਾ ਵੀ ਕਿਸਾਨ ਨੂੰ ਕਿਸੇ ਤਰੀਕੇ ਇੱਥੋਂ ਮੋੜਿਆ ਜਾਵੇ, ਕਿਸੇ ਤਰੀਕੇ ਨੂੰ ਉਹ ਕੀਤਾ ਜਾਵੇ, ਕਿਉਂਕਿ ਕਿਸਾਨ ਦੀ ਲੁੱਟ ਬੜੇ ਸਮੇਂ ਤੋਂ ਹੋ ਰਹੀ ਹੈ, ਬਹੁਤ ਪੁਰਾਣੇ ਸਮੇਂ ਤੋਂ ਹੋ ਰਹੀ ਹੈ। ਇਹ ਬਦਲਾ ਲਿਆ ਜਾ ਰਿਹਾ। ਪਹਿਲੀ ਵਾਰੀ ਇਦਾਂ ਹੋਇਆ ਕਿ ਉਸ ਕਿਸਾਨ ਸਾਹਮਣੇ ਖੜਾ ਹੋਇਆ, ਕਿਸਾਨ ਨੇ ਆਪਦੀ ਗੱਲ ਨੂੰ ਮਨਾਇਆ। ਸੋ ਇਸ ਕਰਕੇ ਉਹ ਤਾਕਤਾਂ ਵੀ ਹੁੰਦੀਆਂ ਨੇ, ਇਹ ਤਾਕਤਾਂ ਵੀ ਹੁੰਦੀਆਂ। ਇਹ ਬਦਲਾ ਲਿਆ ਜਾ ਰਿਹਾ ਫਿਰ ਪੰਜਾਬ ਕੋਲ। ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਇਹ ਇੰਸੀਡੈਂਟ ਨੂੰ ਅਸੀਂ ਸਿੱਧਾ ਹੀ ਜੋੜ ਦਈਏ ਕਿ ਤਿੰਨ ਇੰਸੀਡੈਂਟ, ਦੋ ਇੰਸੀਡੈਂਟ ਗੱਲ ਕਰੀਏ। ਇੰਸੀਡੈਂਟ ਵੀ ਹੈਗੇ ਨੇ, ਪਰ ਇਹ ਇੰਸੀਡੈਂਟਾਂ ਨੂੰ ਜਦ ਤੱਕ ਇਹਨਾਂ ਦੀ ਪੜਤਾਲ ਨਹੀਂ ਹੁੰਦੀ, ਜਦ ਤੱਕ ਇਹਨਾਂ ਦੇ ਬਿਲਕੁਲ ਸਿਰੇ ਤੱਕ ਨਹੀਂ ਜਾਇਆ ਜਾਂਦਾ, ਉਸ ਤੋਂ ਪਹਿਲਾਂ ਮੈਂ ਤਾਂ ਮੀਡੀਆ ਨੂੰ ਵੀ ਕਹੂੰਗਾ ਕਿ ਇਸ ਗੱਲ ਨੂੰ ਤੁਸੀਂ ਇਸ ਤਰ੍ਹਾਂ ਨਾ ਉਛਾਲੋ ਕਿ ਇਹ ਗੱਲ ਨੂੰ ਇੱਕਦਮ ਹੀ ਅਸੀਂ ਸਿੱਧਾ ਲੋਕਾਂ 'ਚ ਉਛਾਲ ਦਈਏ ਤਾਂ ਉਹਦੇ ਨਾਲ ਕੀ ਹੋਊਗਾ ਕਿ ਲੋਕਾਂ ਦੇ ਵਿੱਚ ਭੜਕਾਹਟ ਪੈਦਾ ਹੋਊਗੀ। ਸਰ, ਜਦੋਂ ਤੁਸੀਂ ਐਸਐਸਪੀ ਸੀ 2012 ਵਿੱਚ ਤੁਸੀਂ ਰਿਟਾਇਰ ਹੋਏ ਹੋ, ਕੋਈ ਇਹੋ ਜਿਹੀ ਘਟਨਾ ਹੋਈ ਹੋਵੇ, ਤੁਸੀਂ ਜਾ ਕੇ ਪਕੜ ਲਿਆ ਹੋਵੇ, ਚਾਹੇ ਟਿਫਨ ਬੰਬ ਹੈ, ਚਾਹੇ ਕੋਈ ਵੀ ਘਟਨਾ ਹੋਵੇ ਚੋਣਾਂ ਦੇ ਨੇੜੇ, ਜਾਂ ਤੁਹਾਨੂੰ ਦਬਾਉਣ ਲਈ ਕਿਹਾ ਗਿਆ ਹੋਵੇ ਵੀ ਇਹ ਗੱਲ ਨਹੀਂ ਲੈ ਕੇ ਜਾਣੀ ਪਬਲਿਕ ਵਿੱਚ, ਜੇ ਗਈ ਤਾਂ ਹੋਰ ਵੀ ਇੱਥੇ ਮਾਹੌਲ ਖਰਾਬ ਹੋ ਸਕਦਾ, ਤੁਹਾਨੂੰ ਕਿਸੇ ਨੇ ਕਿਹਾ ਹੋਵੇ, ਸਿਆਸਤਦਾਨ ਜਾਂ ਕਿਸੇ ਲੀਡਰ ਨੇ ਤੁਹਾਨੂੰ ਕਿਹਾ ਹੋਵੇ? ਦੇਖੋ ਗੱਲ ਇਹ ਹੈ ਵੀ ਜਦੋਂ ਇੱਦਾਂ ਦੀ ਘਟਨਾ ਹੋ ਜਾਂਦੀ ਹੈ ਜਾਂ ਟਿਫਨ ਬੰਬ ਫੜਿਆ ਗਿਆ ਜਾਂ ਕੋਈ ਇੱਦਾਂ ਦਾ ਬੰਬ ਫੜਿਆ ਗਿਆ, ਮੇਰੇ ਖਿਆਲ 'ਚ ਕੋਈ ਵੀ ਪੋਲੀਟੀਕਲ ਪਾਰਟੀ ਜਾਂ ਕੋਈ ਵੀ ਬੰਦਾ ਇਹ ਨਹੀਂ ਕਦੇ ਵੀ ਕੋਸ਼ਿਸ਼ ਕਰੂਗਾ ਕਿ ਇਹਨੂੰ ਦਬਾਇਆ ਜਾਵੇ, ਕਿਉਂਕਿ ਉਹ ਗੱਲ ਜਿਹੜੀ ਹੈ ਉਹ ਪਹਿਲਾਂ ਹੀ ਪਬਲਿਕ ਡੋਮੇਨ 'ਚ ਹੋਈ ਹੁੰਦੀ ਹੈ, ਉਹ ਦਬਣੀ ਮੁਸ਼ਕਲ ਹੈ। ਇਹ ਕੋਈ ਇਹ ਨਹੀਂ ਹੈ ਕਿ ਕੋਈ ਸਮੈਕ ਦੀਆਂ ਦੋ ਪੁੜੀਆਂ ਨੇ ਜਿਹੜੀਆਂ ਕਿਸੇ ਬੰਦੇ ਦੀ ਜੇਬ 'ਚੋਂ ਫੜੀਆਂ ਗਈਆਂ ਤੇ ਉਹ ਉੱਥੇ ਗੱਲ ਦਬ ਜਾਊਗੀ।
ਕਿਉਂਕਿ ਟਿਫਨ ਬੰਬ ਕਿਸੇ ਪਬਲਿਕ ਪਲੇਸ ਤੇ ਰੱਖਿਆ ਹੋਊਗਾ ਜਾਂ ਕਿਸੇ ਬੰਬ ਦਾ ਫਟਣਾ ਕਿਸੇ ਪਬਲਿਕ ਦੇ ਪਲੇਸ 'ਤੇ ਹੋਊਗਾ। ਸੋ ਇਹ ਗੱਲਾਂ ਜਿਹੜੀਆਂ ਨੇ ਕਦੇ ਪੋਲੀਟੀਕਲ ਪਾਰਟੀਆਂ ਵੀ ਜਾਂ ਜੋ ਦਬਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਹਾਂ, ਕਈ ਵਾਰੀ ਇਨਵੈਸਟੀਗੇਸ਼ਨ ਨੂੰ ਡੀਲੇਲ ਕਰਨ ਵਾਸਤੇ ਵੀ ਇਨਵੈਸਟੀਗੇਸ਼ਨ ਨੂੰ ਡੀਲੇਲ ਕੀਤਾ ਜਾਵੇ, ਕੋਈ ਇੱਦਾਂ ਦੀਆਂ ਗੱਲਾਂ ਕੀਤੀਆਂ ਜਾਣ। ਜਿਵੇਂ ਕੱਲ੍ਹ ਦੇ ਮੈਂ ਸੁਣ ਰਿਹਾ ਸੀ ਕਿ ਹਰ ਇੱਕ ਬੰਦਾ ਬਿਆਨ ਦੇ ਰਿਹਾ ਉੱਥੇ ਕਿ ਇਹ ਘਟਨਾ ਤਾਂ ਮੇਰੇ ਵਾਸਤੇ ਕੀਤੀ ਜਾ ਰਹੀ ਸੀ, ਇਹਦਾ ਮੈਂ ਉੱਥੇ ਜਾਣਾ ਸੀ ਤਾਂ ਹੋਇਆ ਇਹ। ਸੋ ਇੱਦਾਂ ਦੇ ਬੰਦੇ ਜਿਹੜੇ ਨੇ ਉਹ ਆਪਦੇ ਬੈਨੀਫਿਟ ਵਾਸਤੇ ਗੱਲਾਂ ਬਿਆਨ ਦਿੰਦੇ ਰਹਿੰਦੇ ਨੇ ਕਿ ਮੈਨੂੰ ਇਹ ਦੇਖੋ ਜੀ, ਇਹ ਤਾਂ ਮੈਂ ਬੜਾ ਇੰਪੋਰਟੈਂਟ ਆ, ਮੇਰੇ ਕਰਕੇ ਹੋਇਆ ਇੱਦਾਂ। ਸੋ ਉਹ ਜਿਹੜੀਆਂ ਇੰਪੋਰਟੈਂਸ ਬਣਾਉਣ ਵਾਲੀਆਂ ਧਿਰਾਂ ਨੇ ਉਹ ਸਿਰਫ ਇੱਦਾਂ ਨੇ, ਉਹ ਇਨਵੈਸਟੀਗੇਸ਼ਨ ਨੂੰ ਭਾਵੇਂ ਇੰਟੈਂਸ਼ਨਲੀ ਨਹੀਂ ਡੀਰੇਲ ਕਰਨਾ ਚਾਹੁੰਦੀਆਂ, ਲੇਕਿਨ ਉਹ ਗੱਲਾਂ ਨਾਲ ਕਈ ਵਾਰੀ ਇਨਵੈਸਟੀਗੇਸ਼ਨ ਨੂੰ ਦੂਸਰੇ ਪਾਸੇ ਦੇ ਇੱਥੇ ਲੱਗਦਾ ਵੀ ਖੁਫੀਆ ਏਜੰਸੀਆਂ ਫੇਲ ਹੋ ਜਾਂਦੀਆਂ ਜਦੋਂ ਇਹੋ ਜਿਹੇ ਚੀਜ਼ਾਂ ਹੁੰਦੀਆਂ ਨੇ ਜਾਂ ਵਾਪਰਦੀਆਂ ਨੇ। ਮੈਂ ਮੰਨੂਗਾ ਇਹ ਮੈਂ ਮੰਨੂਗਾ ਕਿ ਖੁਫੀਆ ਏਜੰਸੀਆਂ ਜਿਹੜੀਆਂ ਨੇ ਇੱਥੇ ਆ ਕੇ ਕਈ ਵਾਰੀ ਫੇਲ ਹੋ ਜਾਂਦੀਆਂ, ਔਰ ਫੇਲ ਇੱਕ ਵਾਰੀ ਨਹੀਂ ਹੋਈਆਂ, ਸਾਡਾ ਬੜੇ ਵਾਰੀ ਹੋਇਆ। ਸਾਡਾ ਅਸੀਂ ਪਠਾਨਕੋਟ ਦਾ ਏਅਰਪੋਰਟ ਨੂੰ ਨਾ ਭੁੱਲੀਏ ਤੇ ਅਸੀਂ ਹੋਰ ਵੀ ਕਈ ਜਗ੍ਹਾ ਵੱਡੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਨੇ ਜਿੱਥੇ ਕਈ ਵਾਰੀ ਖੁਫੀਆ ਏਜੰਸੀ ਦੇ ਜਿਹੜੀ ਸੋਚ ਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ। ਕਿਉਂਕਿ ਹਮੇਸ਼ਾ ਤੁਸੀਂ ਇੱਕ ਗੱਲ ਯਾਦ ਰੱਖੋ ਕਿ ਕ੍ਰਿਮੀਨਲ ਤੇ ਜਿੰਨੀਆਂ ਵੀ ਕ੍ਰਿਮੀਨਲ ਏਜੰਸੀਆਂ ਚਲਾਉਣ ਵਾਲੀਆਂ ਏਜੰਸੀਆਂ ਨੇ ਉਹ ਹਰ ਵਕਤ ਇੱਕ ਰਿਸਰਚ ਤੇ ਰਹਿੰਦੀਆਂ ਨੇ ਕਿ ਨਵਾਂ ਢੰਗ ਲੱਭਿਆ ਜਾਵੇ ਕਿ ਜਿਹੜੀਆਂ ਏਜੰਸੀਜ਼ ਨੇ ਉਹ ਕਿੱਥੇ ਕਿੱਥੇ ਸਟੀਰੋਇਡ ਟਾਈਪ ਹੋ ਗਈਆਂ ਨੇ, ਕਿੱਥੇ ਕਿੱਥੇ ਸੋਚਦੀਆਂ ਨੇ ਵੀ ਇਦਾਂ ਹੀ ਹੋਊਗਾ ਸਭ ਕੁਝ, ਕਿੱਥੇ ਕਿੱਥੇ ਉਹ ਇੱਕੋ ਤਰੀਕੇ ਨਾਲ ਸੋਚਣ ਲੱਗ ਗਈਆਂ ਨੇ ਏਜੰਸੀਆਂ। ਉੱਥੇ ਕੋਈ ਨਾ ਕੋਈ ਗੱਲ ਨਵਾਂ ਢੰਗ ਲੱਭ ਕੇ ਜੇਕਰ ਇੱਦਾਂ ਦੀਆਂ ਏਜੰਸੀਆਂ ਸਾਡੀ ਦੇਖਿਆ ਜਾਵੇ ਤਾਂ ਅਮਰੀਕਾ ਦੀ ਏਜੰਸੀਜ਼ ਅਸੀਂ ਸਭ ਤੋਂ ਉੱਤੇ ਮੰਨਦੇ ਹਾਂ। ਤੇ ਅਮਰੀਕਾ 'ਚ ਵੀ ਬੰਬ ਜਹਾਜ਼ ਮਾਰ ਕੇ ਉਹਨਾਂ ਨੇ ਦੋਨੋਂ ਟਾਵਰ ਸੁੱਟਤੇ, ਕਦੇ ਸੋਚਿਆ ਵੀ ਨਹੀਂ ਸੀ ਇਸ ਤੋਂ ਪਹਿਲਾਂ ਕਦੇ ਇੱਦਾਂ ਦੀ ਗੱਲ ਵੀ ਹੋ ਸਕਦੀ ਹੈ। ਸੋ ਇਹ ਤਾਂ ਏਜੰਸੀਜ਼ ਤੇ ਜਿਹੜੀਆਂ ਮਾੜੀਆਂ ਤੰਤ ਨੇ ਉਹਨਾਂ ਦੇ ਵਿਚਾਲੇ ਹਮੇਸ਼ਾ ਹੀ ਚੱਲਦਾ ਰਹਿੰਦਾ, ਕਦੇ ਉਹ ਅੱਗੇ ਨਿਕਲ ਜਾਂਦੀਆਂ ਕਦੇ ਏਜੰਸੀਜ਼ ਅੱਗੇ ਨਿਕਲ ਜਾਂਦੀਆਂ। ਸਭ ਇੱਕ ਆਖਰੀ ਸਵਾਲ ਹੈ ਕਿ ਤੁਹਾਡੀ ਸਰਵਿਸ ਦੌਰਾਨ ਇੱਦਾਂ ਹੋਇਆ ਹੋਵੇ ਬੰਬ ਬਲਾਸਟ ਹੋ ਗਿਆ ਹੋਵੇ, ਕਿਸੇ ਨੇ ਕਿਹਾ ਹੋਵੇ ਵੀ ਇਹਨੂੰ ਉਛਾਲੋ ਦੂਸਰੀ ਸਿਆਸੀ ਪਾਰਟੀ ਨੂੰ ਨੁਕਸਾਨ ਹੋਊਗਾ, ਇਹ ਹੁੰਦੀ ਚਰਚਾ? ਦੇਖੋ, ਬੰਬ ਬਲਾਸਟ ਜੇ ਹੋ ਗਿਆ ਉਸ ਤੋਂ ਬਾਅਦ ਕੋਈ ਵੀ ਸਿਆਸੀ ਪਾਰਟੀ ਜਿਹੜੀ ਹੈ ਇਹਨੂੰ ਉਛਾਲਣ ਦਾ ਤਾਂ ਕਰ ਸਕਦੀ ਹੈ ਜੇ ਉਹਦੇ 'ਚ ਕੋਈ ਕਲਿਊ ਆਊਗਾ। ਹੁਣ ਤਾਂ ਕਹਿ ਰਹੇ ਨੇ ਵੀ ਸਰਕਾਰ ਜਿਹੜੀ ਹੈ ਉਹ ਲੱਭ ਨਹੀਂ ਪਾਈ ਬੰਬ ਜਾਂ ਸਰਕਾਰ ਕਮਜ਼ੋਰ ਹੈ। ਇਹ ਗੱਲ ਕਹਿੰਦੇ ਕੁਛ ਹੋਰ ਗੱਲ ਹੈ, ਇਹਨੂੰ ਤੁਸੀਂ ਇਹ ਨਾ ਕਹੋ, ਇਹ ਤਾਂ ਇਹ ਐਡਮਿਨਿਸਟ੍ਰੇਟਿਵ ਕਮਜ਼ੋਰੀ ਬਾਰੇ ਗੱਲ ਕੀਤੀ ਜਾ ਰਹੀ ਹੈ। ਸਰਕਾਰ ਨੂੰ ਇਹ ਕਹਿਣਾ ਕਿ ਸਰਕਾਰ ਲੱਭ ਨਹੀਂ ਸਕੀ, ਇਹ ਤਾਂ ਦੇਖੋ ਇਹਦਾ ਬਣਦਾ ਹੈ, ਪਬਲਿਕ ਦਾ ਵੀ ਹੱਕ ਬਣਦਾ, ਪਬਲਿਕ ਕੋ ਜਿਹੜੀ ਪ੍ਰੈਸ਼ਰ ਬਣਾਵੇ ਸਰਕਾਰ ਤੇ, ਇਹ ਪਬਲਿਕ ਦਾ ਵੀ ਹੱਕ ਬਣਦਾ, ਤੁਹਾਡਾ ਵੀ ਮੀਡੀਆ ਦਾ ਵੀ ਹੱਕ ਬਣਦਾ ਕਿ ਪਬਲਿਕ ਉਹ ਗਵਰਨਮੈਂਟ 'ਤੇ ਪ੍ਰੈਸ਼ਰ ਬਣਾਵੇ ਕਿ ਸਰਕਾਰ ਨਹੀਂ ਲੱਭ ਸਕੀ। ਕਿਉਂਕਿ ਜਦੋਂ ਇਹ ਗੱਲ ਕਹੀ ਜਾਂਦੀ ਹੈ ਤਾਂ ਫਿਰ ਸਰਕਾਰ ਵੀ ਜ਼ੋਰ ਲਾਉਂਦੀ ਹੈ ਆਪਦਾ ਕਿ ਨਹੀਂ, ਤੇ ਇਸ ਨਾਲ ਜੇ ਅਸੀਂ ਇੱਦਾਂ ਦੇਖੋ ਤੁਹਾਨੂੰ ਜਿਹੜਾ ਮੰਨਿਆ ਗਿਆ ਵੀ ਤੁਸੀਂ ਚੌਥਾ ਥੰਮ ਹੋ, ਉਹ ਇਸੇ ਕਰਕੇ ਚੌਥਾ ਥੰਮ ਹੋ ਤੁਸੀਂ ਕਿ ਸਰਕਾਰ ਦੇ ਉੱਤੇ ਤੁਸੀਂ ਡੌਗ ਵਾਚ ਰੱਖਣਾ, ਤੁਸੀਂ ਉਹਨੂੰ ਕਹਿਣਾ ਵੀ ਜੇ ਤੁਸੀਂ ਕੰਮ ਨਹੀਂ ਕਰ ਰਹੇ, ਤੁਸੀਂ ਇਹ ਕੰਮ ਨਹੀਂ ਕਰ ਰਹੇ, ਤੁਸੀਂ ਤੁਹਾਡਾ ਵੇਖੋ ਇੱਥੇ ਲਿਖਣਾ ਰਹਿ ਗਿਆ, ਤੁਸੀਂ ਇੱਦਾਂ ਕਰਨਾ ਸੀ ਨਹੀਂ ਕੀਤਾ। ਜੋ ਤੁਸੀਂ ਉਹ ਕਹਿੰਦੇ ਹੋ ਤੇ ਫਿਰ ਸਰਕਾਰ ਨੂੰ ਇਹ ਜਾਪਦਾ ਕਿ ਸਾਨੂੰ ਟੋਕਣ ਵਾਲਾ ਵੀ ਹੈ ਕੋਈ। ਇਹਦਾ ਬੜੀ ਸਿੰਪਲ ਉਦਾਹਰਨ ਹੈ ਕਿ ਜਦ ਤੱਕ ਕਿਸੇ ਨੂੰ ਅੱਗੋਂ ਕੋਈ ਟੋਕਣ ਵਾਲਾ ਨਾ ਹੋਵੇ, ਨਾ ਤਾਂ ਉਹਦੇ ਕੰਮ 'ਚ ਕੋਈ ਵਧੀਆ ਆਉਂਦੀ ਹੈ ਉન્નਤੀ ਹੁੰਦੀ ਹੈ, ਤੇ ਨਾ ਹੀ ਉਹ ਆਪਦੇ ਕੰਮ ਦੇ ਵਿੱਚ ਸੁਧਾਰ ਲਿਆਉਂਦਾ। ਤੇ ਕੰਮ ਦੇ ਵਿੱਚ ਸੁਧਾਰ ਉਦੋਂ ਹੀ ਆਉਂਦਾ ਜਦੋਂ ਟੁੱਕਣ ਵਾਲੇ ਬੰਦੇ ਹੋਣਗੇ। ਜੇ ਇਹ ਗੱਲ ਕਹਿਣਾ ਕਿ ਸਰਕਾਰ ਇੱਥੇ ਫੇਲ ਹੋ ਗਈ ਹੈ, ਤੁਸੀਂ ਮੈਨੂੰ ਵੀ ਕਿਹਾ ਏਜੰਸੀਆਂ ਫੇਲ ਹੋ ਗਈਆਂ, ਬਿਲਕੁਲ ਜੇ ਤੁਸੀਂ ਇਹ ਕਹਾਂਗੇ ਕਿ ਏਜੰਸੀ ਫੇਲ ਹੋਈ ਹੈ ਤਾਂ ਹੀ ਉਹ ਏਜੰਸੀ ਆਪਣੇ ਆਪ ਨੂੰ ਨਵਾਂ ਫਰੈਸ਼ ਕਰਨ ਦੀ ਕੋਸ਼ਿਸ਼ ਕਰੂਗੀ, ਤਾਂ ਹੀ ਉਹ ਸਾਰਾ ਉਹ ਕਰਨਗੇ। ਲੇਕਿਨ ਮੈਂ ਇੱਕ ਗੱਲ ਜ਼ਰੂਰ ਰਿਕੁਐਸਟ ਕਰੂੰਗਾ ਸਾਰਿਆਂ ਨੂੰ ਕਿ ਮੀਡੀਆ ਵੀ ਤੇ ਆਮ ਲੋਕ ਵੀ, ਜਿੰਨੀ ਅਸੀਂ ਸਰਕਾਰ ਦੇ ਉੱਤੇ ਬੇਲੋੜਾ ਕਈ ਵਾਰੀ ਪ੍ਰੈਸ਼ਰ ਬਣਾਉਂਦੇ ਹਾਂ ਕਿ ਦੇਖੋ ਜੀ 2 ਘੰਟੇ ਹੋ ਗਏ, 3 ਘੰਟੇ ਹੋ ਗਏ, 4 ਘੰਟੇ ਹੋ ਗਏ, 6 ਘੰਟੇ ਹੋ ਗਏ, ਇਹ ਗੱਲਾਂ ਜਿਹੜੀਆਂ ਨੇ ਇਹ ਮੈਂ ਨਹੀਂ ਸਮਝਦਾ ਕਿ ਠੀਕ ਨੇ। ਕਿਉਂਕਿ ਉਹਦੇ ਨਾਲ ਕੀ ਹੁੰਦਾ ਕਿ ਪ੍ਰੈਸ਼ਰ ਥੱਲੇ ਆ ਕੇ ਜਿਹੜਾ ਜੋ ਕੁਛ ਕਪੂਰਥਲੇ ਹੋਇਆ, ਕਪੂਰਥਲੇ ਦੇ ਕੇਸ 'ਚ ਹੋਇਆ, ਉਹ ਪ੍ਰੈਸ਼ਰ ਥੱਲੇ ਹੋਇਆ। ਕਿਉਂਕਿ ਜਦੋਂ ਇੱਕਦਮ ਪ੍ਰੈਸ਼ਰ ਬਣਿਆ ਤੇ ਉਹਨਾਂ ਨੇ ਇੱਕ ਚੁੱਪ ਕਰਕੇ ਕੇਸ ਰਜਿਸਟਰ ਕਰਦਾ ਬੇਅਦਬੀ ਦਾ, ਸਿਰਫ ਇਸ ਕਰਕੇ ਕਿ ਜਿਹੜਾ ਸਾਡੇ ਸੈਂਟੀਮੈਂਟਸ ਸੀ ਜਾਂ ਲੋਕਾਂ ਦਾ ਪ੍ਰੈਸ਼ਰ ਬਣ ਗਿਆ ਕਿ ਕਿਤੇ ਸੈਂਟੀਮੈਂਟਸ ਇਹਨਾਂ ਦੇ ਭੜਕ ਨਾ ਜਾਣ, ਉਹਨੂੰ ਰੋਕਣ ਵਾਸਤੇ, ਉਹਨਾਂ ਨੂੰ ਗੱਲ ਰੋਕਣ ਵਾਸਤੇ ਇੱਕ ਕੇਸ ਰਜਿਸਟਰ ਕਰਤਾ। ਜਦੋਂ ਕਿ ਉਹਦੀ ਇਨਵੈਸਟੀਗੇਸ਼ਨ, ਜੇਕਰ ਉਸ ਨੂੰ ਪੂਰੀ ਇਨਵੈਸਟੀਗੇਸ਼ਨ ਕਰਨ ਦਾ ਟਾਈਮ ਦਿੱਤਾ ਜਾਂਦਾ ਕਿ ਤੁਸੀਂ ਪਹਿਲਾਂ ਆਪਦੀ ਪੜਤਾਲ ਕਰ ਲਓ, ਉਸ ਤੋਂ ਬਾਅਦ ਜੋ ਤੁਹਾਨੂੰ ਠੀਕ ਲੱਗੇ ਉਹ ਕਰ ਲਓ, ਤਾਂ ਉਹ ਜੋ ਠੀਕ ਨਿਕਲਦਾ ਉਹ ਲੋਕਾਂ ਨੂੰ ਸੈਟੀਸਫਾਈ ਕਰਕੇ ਉਹ ਕੇਸ ਰਜਿਸਟਰ ਕੀਤਾ ਜਾ ਸਕਦਾ। ਬਤੌਰ ਆਫਿਸਰ ਤੁਸੀਂ ਕੀ ਸਮਝਦੇ ਹੋ 2 ਘਟਨਾਵਾਂ ਦਰਬਾਰ ਸਾਹਿਬ ਤੇ ਕਪੂਰਥਲਾ, ਕੀ ਹੋਣਾ ਚਾਹੀਦਾ ਸੀ? ਪਕੜ ਕੇ ਇਨਵੈਸਟੀਗੇਸ਼ਨ ਹੁੰਦੀ, ਹੁਣ ਤਾਂ ਇਨਵੈਸਟੀਗੇਸ਼ਨ ਨਹੀਂ ਹੋ ਸਕਦੀ ਕਿਉਂਕਿ ਦੋਨਾਂ ਜਗ੍ਹਾ ਦੇ ਉੱਤੇ ਮੌਤ ਹੋ ਚੁੱਕੀ ਹੈ। ਜਿਹੜੇ ਬੇਅਦਬੀ ਕਰਨ ਆਏ ਸੀ, ਕਪੂਰਥਲਾ ਦੇ ਪੁਲਿਸ ਨੇ ਕਹਿਤਾ ਵੀ ਬੇਅਦਬੀ ਨਹੀਂ ਕਰਨ ਆਏ ਸੀ, ਤੇ ਉਹ ਦੂਜੇ ਪਾਸੇ ਕਹਿ ਦਿੱਤਾ ਗਿਆ ਵੀ ਉਹ ਸ਼ਖਸ ਦੀ ਪਛਾਣ ਨਹੀਂ ਹੋ ਪਾਈ ਹੁਣ ਤੱਕ ਵੀ। ਬਤੌਰ ਆਫਿਸਰ ਤੁਸੀਂ ਕੀ ਸੋਚਦੇ ਹੋ?
ਮੈਂ ਬਤੌਰ ਪੁਲਿਸ ਅਫਸਰ ਇਹ ਸੋਚਦਾ ਕਿ ਜੇਕਰ ਉਹ ਬੰਦਾ ਬਚ ਗਿਆ ਹੁੰਦਾ ਤਾਂ ਸਾਨੂੰ ਬੈਟਰ ਰਿਜ਼ਲਟ ਮਿਲਦੇ। ਇਹਦੋਂ ਬਹੁਤ ਵਧੀਆ ਸਾਡੇ ਕੋਲੇ ਰਿਜ਼ਲਟ ਆਉਂਦੇ ਕਿ ਸਾਰੀ ਟੋਟਲ ਉਹਦੀ ਸਕੀਮ, ਉਹਦੀ ਪਲੈਨਿੰਗ, ਉਹ ਕਿਸ ਮਕਸਦ ਨਾਲ ਆਇਆ ਸੀ, ਉਹਨੂੰ ਕਿਸ ਨੇ ਹੀ ਭੇਜਿਆ ਸੀ, ਉਹਦੇ ਪਿਛਲੇ ਪਾਸੇ ਕੌਣ ਸੀ, ਉਹ ਸਾਰੀਆਂ ਗੱਲਾਂ ਅੱਜ ਨੂੰ ਖੁੱਲ੍ਹ ਚੁੱਕੀਆਂ ਹੁੰਦੀਆਂ, ਜਿਹੜੀਆਂ ਕਿ ਹੁਣ ਖੋਲ੍ਹਣ ਲੱਗਿਆਂ ਕਾਫੀ ਸਮਾਂ ਲੱਗੂਗਾ। ਇਹ ਨਹੀਂ ਮੈਂ ਕਹਿੰਦਾ ਵੀ ਖੁੱਲ੍ਹਣਗੀਆਂ ਨਹੀਂ, ਖੁੱਲ੍ਹ ਜਾਣਗੀਆਂ ਗੱਲਾਂ ਉਹ, ਲੇਕਿਨ ਉਹ ਖੁੱਲ੍ਹਣਗੀਆਂ ਹੌਲੀ ਹੌਲੀ, ਔਰ ਉਹਦੇ ਵਾਸਤੇ ਸਮਾਂ ਜ਼ਿਆਦਾ ਲੱਗੂਗਾ। ਔਰ ਉਸ ਸਮੇਂ ਦੀ ਸਾਨੂੰ ਇੰਤਜ਼ਾਰ ਕਰਨੀ ਚਾਹੀਦੀ ਹੈ ਕਿ ਉਸ ਸਮੇਂ ਦੇ ਵਿੱਚ ਉਹ ਇਨਵੈਸਟੀਗੇਸ਼ਨ ਪੂਰਾ ਕੀਤਾ ਜਾ ਸਕੇ। ਤੇ ਸਾਰੀ ਗੱਲ ਮੈਂ ਸੁਣੀ ਹੈ। ਸਾਡੇ ਨਾਲ ਮੌਜੂਦ ਸਨ ਸਤਪਾਲ ਸਿੰਘ ਸਿੱਧੂ ਜੀ। ਇੰਟਰੋ ਕਰਨ ਦਾ ਮਕਸਦ ਇਹ ਸੀ ਕਿ ਹਰ ਇੱਕ ਪੁਲਿਸ ਆਫੀਸਰ ਆਪਦੇ ਅਲੱਗ-ਅਲੱਗ ਤਰੀਕੇ ਨਾਲ ਦੇਖਦਾ ਹੈ। ਬਤੌਰ SSP ਰਹਿ ਚੁੱਕੇ ਨੇ ਪੰਜਾਬ ਦੇ ਅਲੱਗ-ਅਲੱਗ ਜਗ੍ਹਾ ਦੇ ਉੱਤੇ। ਤਾਂ ਜਦੋਂ ਸੈਂਟੀਮੈਂਟ ਦੀ ਗੱਲ ਆਉਂਦੀ ਹੈ, ਭਾਵਨਾ ਵਿੱਚ ਵਹਿ ਕੇ ਜੋ ਉੱਥੇ ਵਿਅਕਤੀਆਂ ਨੇ ਕੀਤਾ, ਕਈਆਂ ਨੇ ਠੀਕ ਕਿਹਾ, ਜਿਵੇਂ ਹੁਣ ਇਹ ਕਹਿੰਦੇ ਨੇ ਕਿ ਬਤੌਰ ਆਫੀਸਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀ, ਛੇਤੀ ਰਿਜ਼ਲਟ ਬਾਅਦ ਆ ਜਾਂਦਾ ਵੀ ਕਿਸ ਨੇ ਕੀਤਾ। ਤੇ ਦੂਸਰੇ ਪਾਸੇ ਬੰਬ ਬਲਾਸਟ ਦੀ ਗੱਲ ਕਰੀਏ, ਉਸ ਨੂੰ ਲੈ ਕੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ। ਪਰ ਇੱਕ ਚੀਜ਼ ਜੁੜ ਜਾਂਦੀ ਹੈ ਜਦੋਂ ਵੀ ਕੋਈ ਚੋਣਾਂ ਦੇ ਨੇੜੇ ਜਾ ਕੇ ਬੰਬ ਧਮਾਕਾ ਹੁੰਦਾ ਜਾਂ ਬੇਅਦਬੀ ਹੁੰਦੀ ਹੈ, ਤਾਂ ਕਿਹਾ ਇਹ ਜਾਂਦਾ ਕਿ ਇਹ ਤਾਂ ਇੱਕ ਚਾਲ ਹੈ, ਕਿ ਇਹ ਤਾਂ ਇੱਕ ਸਿਆਸੀ ਚਾਲ ਹੈ। ਤਾਂ ਆਪਾਂ ਦੇਖਦੇ ਆਏ ਪਿਛਲੇ ਕੁਝ ਸਾਲਾਂ ਤੋਂ ਕਿ ਵਾਕਈ ਇੱਕ ਸਿਆਸੀ ਚਾਲ ਰਾਹੀਂ ਵੋਟਾਂ ਵਟੋਰੀਆਂ ਜਾਂਦੀਆਂ ਨੇ। ਜੇ ਇੱਕ ਬੇਅਦਬੀ ਇਸ ਤਰੀਕੇ ਨਾਲ ਜੇ ਹੁੰਦੀ ਹੈ, ਉਸ ਉੱਪਰ ਵੀ ਕੋਈ ਸਿਆਸੀ ਰੋਟੀਆਂ ਸੇਕਦਾ। ਇਹ ਬਤੌਰ ਚੀਜ਼ਾਂ ਚੱਲਦੀਆਂ ਆ ਰਹੀਆਂ ਨੇ। ਪਰ ਸਭ ਤੋਂ ਜਿਹੜੀ ਅਹਿਮ ਗੱਲ ਹੈ ਕਿ ਲੋਕਾਂ ਨੂੰ ਸੰਯਮ ਰੱਖਣ ਦੀ ਲੋੜ ਹੈ। ਜੇ ਕੋਈ ਤੁਹਾਡੇ ਆਲੇ ਦੁਆਲੇ ਘਟਨਾ ਵਾਪਰਦੀ ਹੈ, ਕੋਈ ਸ਼ਖਸ ਇਹੋ ਜਿਹਾ ਦੇਖਦੇ ਹੋ, ਪੁਲਿਸ ਨੂੰ ਕਾਲ ਕਰੋ, ਪੁਲਿਸ ਆਪਣਾ ਕੰਮ ਆਪ ਕਰੇਗੀ।